ਇਹਦੇ 'ਚ ਅਸੀਂ ਕੋਈ ਗੱਲ ਨਹੀਂ ਭੁੱਲੇ ਹੈਗੇ, ਪਰ ਸਵਾਲ ਇਹ ਹੈ ਇਹ 'ਚ ਖਹਿਰਾ ਸਾਹਿਬ ਦਾ, ਅਸੀਂ ਜਦੋਂ ਉੱਧਰ ਸੀਗੇ ਉਦੋਂ ਵੀ ਆਹ ਗੱਲਾਂ ਸੀਗੀਆਂ, ਜਦੋਂ ਕਾਂਗਰਸ ਵਾਲੇ ਇੱਧਰ ਸੀਗੇ ਉਦੋਂ ਇਹਨਾਂ ਦੀਆਂ ਗੱਲਾਂ ਇਹ ਸੀਗੀਆਂ। ਸਰ ਖਹਿਰਾ ਸਾਹਿਬ ਦਾ ਦਰਦ ਅਸਲ 'ਚ ਇਹ ਹੈ ਕਿ ਇਹ ਵਿਚਾਰੇ ਉੱਧਰ ਦੇ ਉੱਧਰ ਹੀ ਰਹਿ ਗਏ। ਇਹ ਬੜੀ ਸੀਰੀਅਸ ਡਿਸਕਸ਼ਨ ਹੈ ਅਮਨ ਜੀ। ਸਰ ਮੈਂ ਕਨਕਲੂਡ ਕਰਨ ਲੱਗਾ, ਚੱਲਣ ਦਿਓ, ਮੈਂ ਚੱਲਣ ਦਿਓ ਡਿਸਕਸ਼ਨ ਕਿ ਵੈਸੇ ਮੈਂ ਇਹਨਾਂ ਗੱਲਾਂ ਦੇ ਵਿੱਚ ਪੈਂਦਾ ਨਹੀਂ ਹੈਗਾ। ਤੁਸੀਂ ਡਿਸਕਸ਼ਨ ਤੇ ਆਓ। ਮੈਂ ਸਰ ਜਵਾਬ ਦੇ ਲਾਂਗੇ, ਛੱਡ ਦਈਏ? ਨਹੀਂ ਡਿਸਕਸ਼ਨ ਛੱਡ ਦਈਏ? ਛੱਡਤਾ ਜੀ, ਛੱਡਤਾ। ਕੋਈ ਕਿਸੇ ਦਿਨ ਤੁਹਾਡੇ ਕੰਨ 'ਚ ਜਵਾਬ ਦੇ ਜੂੰਗਾ, ਕੋਈ ਗੱਲ ਨਹੀਂ, ਪਰ ਜਵਾਬ ਜ਼ਰੂਰ ਦਊਂਗਾ। ਐ ਤਾਂ ਤੁਹਾਡੀ ਗੈਰ ਹਾਜ਼ਰੀ 'ਚ ਬੋਲਣ ਦਾ ਮਜ਼ਾ ਹੀ ਨਹੀਂ ਆਉਣਾ ਜੀ, ਸਿੱਧੇ ਮੱਥੇ ਗੱਲ ਠੀਕ ਰਹਿੰਦੀ ਹੈ। ਸਪੀਕਰ ਸਾਹਿਬ ਤੁਹਾਡਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਹੈ ਕਿ ਤੁਸੀਂ ਅੱਜ ਮੈਨੂੰ ਇਸ ਨਵੀਂ ਸਰਕਾਰ ਦੇ ਜਿਹੜੇ ਕਿ ਬਦਲਾਅ ਦੇ ਨਾਮ ਦੇ ਉੱਪਰ ਬਹੁਤ ਵੱਡਾ ਮੈਂਡੇਟ ਲੈ ਕੇ ਆਈ ਹੈ ਔਰ ਪਹਿਲੇ ਗਵਰਨਰਸ ਐਡਰੈਸ ਦੇ ਉੱਪਰ ਬੋਲਣ ਦਾ ਮੌਕਾ ਦਿੱਤਾ ਹੈ। ਸਪੀਕਰ ਸਾਹਿਬ ਮੈਨੂੰ ਇਸ ਗੱਲ ਦਾ ਵੀ ਮਾਣ ਔਰ ਖੁਸ਼ੀ ਹੈ ਕਿ ਹੁਣ ਤੱਕ ਬੇਸਿਕਲੀ ਇਹ ਆਪਣਾ ਬਹੁਤਿਆਂ ਦਾ ਕੋਈ ਸਾਥੀ ਜਿਹੜੇ ਆਪਾਂ ਲੋਕ ਪਹਿਲਾਂ ਵੀ ਜਿੱਤ ਕੇ ਆਇਆ, ਇਹ 6ਵਾਂ ਗਵਰਨਰਸ ਐਡਰੈਸ ਹੈ ਜੀ ਮੇਰਾ ਜ਼ਾਤੀ ਤੌਰ ਤੇ, ਔਰ ਹੁਣ ਤੱਕ ਦੇ ਪਹਿਲੇ 5 ਗਵਰਨਰ ਐਡਰੈਸਿਸ ਉਹ ਮੈਂ ਨਾਲ ਲੈ ਕੇ ਵੀ ਆਇਆ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਤੱਕ 5 ਸਾਲਾਂ ਦੇ ਵਿੱਚ ਗਵਰਨਰ ਐਡਰੈਸ ਸਰਕਾਰ ਲਿਖ ਕੇ ਦੇ ਦਿੰਦੀ ਸੀਗੀ, ਗਵਰਨਰ ਸਾਹਿਬ ਬੋਲ ਜਾਂਦੇ ਸੀਗੇ, ਉਸੇ ਦਿਨ ਉਹਦੇ ਉੱਪਰ ਜਾਂ ਅਗਲੇ ਦਿਨ ਡਿਸਕਸ਼ਨ ਹੁੰਦੀ ਸੀਗੀ ਤੇ ਮੁੜ ਕੇ ਸਿਰਫ ਇੱਕ ਫਾਰਮੈਲਿਟੀ ਜੀ ਹੁੰਦੀ ਸੀਗੀ। ਤੇ ਜਦੋਂ ਤੱਕ ਅਗਲੇ ਸਾਲ ਦੀ ਗੱਲ ਆਉਂਦੀ ਸੀਗੀ, ਜਦੋਂ ਡਿਸਕਸ਼ਨ ਹੋਣੀ ਹੁੰਦੀ ਸੀਗੀ ਤੇ ਉਹਦੇ ਉੱਪਰ ਕੋਈ ਅਕਾਊਂਟੇਬਿਲਿਟੀ ਫਿਕਸ ਨਹੀਂ ਹੁੰਦੀ ਸੀਗੀ ਵੀ ਅਸੀਂ ਕੀ ਕੀਤਾ ਕੀ ਨਹੀਂ ਕੀਤਾ ਹੈਗਾ। 1 ਸਾਲ ਗਵਰਨਰ ਸਾਹਿਬ ਤੋਂ ਬੁਲਾ ਦਿੱਤਾ ਜਾਂਦਾ ਸੀਗਾ ਤੇ ਉਹਦਾ ਕੋਈ ਅਕਾਊਂਟੇਬਿਲਿਟੀ ਕੀ ਕੀਤਾ ਨਹੀਂ ਕੀਤਾ, ਅਗਲੇ ਸਾਲ ਸਰਕਾਰਾਂ ਨੇ ਜਿਹੜੀਆਂ ਨਵੇਂ ਇਸ਼ੂਜ਼ ਫੜ ਲੈਂਦੀਆਂ ਸੀ, ਪੁਰਾਣੇ ਛੱਡ ਦਿੰਦੀਆਂ ਸੀਗੀਆਂ। ਸਰ ਹੁਣ ਕਿਉਂਕਿ 3 ਮਹੀਨੇ ਦਾ ਗੈਪ ਵਿੱਚ ਪੈ ਗਿਆ, ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਔਰ ਸੰਤੁਸ਼ਟੀ ਹੈ ਕਿ ਜੋ ਸਾਡੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਨੇ ਅੱਜ ਤੋਂ ਤਕਰੀਬਨ 3 ਮਹੀਨੇ ਪਹਿਲਾਂ ਕਿਹਾ ਸੀਗਾ ਔਰ ਇਸ ਗਵਰਨਰ ਐਡਰੈਸ ਦੇ ਵਿੱਚ ਦਰਜ ਹੈ, ਇਹਦੇ ਵਿੱਚੋਂ ਬਹੁਤ ਗਿਣਤੀ ਚੀਜ਼ਾਂ ਨੇ ਜਿਹੜੀਆਂ ਉਹ ਸਾਡੀ ਸਰਕਾਰ ਮਾਨ ਸਾਹਿਬ ਦੀ ਸਰਕਾਰ ਪੂਰਾ ਕਰ ਚੁੱਕੀ ਹੈ ਤੇ ਪਹਿਲੀ ਵਾਰੀ ਹੋ ਰਿਹਾ ਹੈ ਕਿ 3 ਮਹੀਨਿਆਂ ਦੇ ਵਿੱਚ ਜਿਹੜੇ ਬਹੁਤੇ ਵਾਅਦੇ ਨੇ ਉਹ ਪੂਰੇ ਕੀਤੇ ਜਾ ਚੁੱਕੇ ਨੇ। ਸਰ ਮੈਂ ਜੇ ਪੁਆਇੰਟ ਵਾਈਜ਼ ਸ਼ੁਰੂ ਕਰਾਂ, ਸਰ ਇਸ ਗਵਰਨਰ ਐਡਰੈਸ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਨੇ ਸਭ ਤੋਂ ਵੱਡਾ ਸਾਡਾ ਜਿਹੜਾ ਵਾਅਦਾ ਸੀ ਜਿਹਨੂੰ ਲੈ ਕੇ ਅਸੀਂ ਲੋਕਾਂ ਦੇ ਵਿੱਚ ਗਏ ਸੀਗੇ ਔਰ ਲੋਕਾਂ ਨੇ ਬਹੁਤ ਵੱਡਾ ਮੈਂਡੇਟ ਦਿੱਤਾ, ਉਹ ਸੀਗਾ ਜ਼ੀਰੋ ਟੋਲਰੈਂਸ ਟੁਵਰਡਸ ਕਰਪਸ਼ਨ। ਔਰ ਮੈਨੂੰ ਆਮ ਆਦਮੀ ਪਾਰਟੀ ਦਾ ਸਿਪਾਹੀ ਹੋਣ ਦੇ ਨਾਤੇ ਇਹ ਮਾਣ ਔਰ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਅੱਜ ਪਹਿਲਾਂ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ 2015 ਤੋਂ ਤੇ ਹੁਣ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਦੀ ਸਰਕਾਰ ਦੇ ਕਰਪਸ਼ਨ ਦੇ ਖਿਲਾਫ ਏਜੰਡੇ ਦੀ ਅੱਜ ਪੂਰੀ ਦੁਨੀਆ ਦੇ ਵਿੱਚ ਚਰਚਾ ਹੋ ਰਹੀ ਹੈ। ਸਰ ਇਸ ਤੋਂ ਪਹਿਲਾਂ ਪੰਜਾਬ ਨੇ ਦੇਖਿਆ ਕਿ ਆਪਦੇ ਜਿਹੜੇ ਲੀਡਰ ਹੁੰਦੇ ਸੀਗੇ ਇਹਨਾਂ ਦੇ, ਉਹ ਡਾਕਾ ਮਗਰੋਂ ਵੱਜਦਾ ਸੀਗਾ, ਪਹਿਲਾਂ ਕਲੀਨ ਚਿੱਟਾ ਕੱਢ ਕੇ ਫੜਾ ਦਿੱਤੀਆਂ ਜਾਂਦੀਆਂ ਸੀਗੀਆਂ ਤੇ ਇਹ ਸਰਕਾਰ ਨੇ ਚਾਹੇ ਕੋਈ ਬਗਾਨਾ ਸਿਆਸੀ ਲੀਡਰ ਹੋਵੇ, ਚਾਹੇ ਕੋਈ ਆਪਣਾ ਹੋਵੇ, ਚਾਹੇ ਕੋਈ ਭ੍ਰਿਸ਼ਟ ਅਧਿਕਾਰੀ ਹੋਵੇ, ਉੱਪਰ ਤੋਂ ਲੈ ਕੇ ਥੱਲੇ ਤੱਕ, ਛੋਟੇ ਤੋਂ ਲੈ ਕੇ ਵੱਡੇ ਤੱਕ ਹਰੇਕ ਦੇ ਖਿਲਾਫ ਸਖਤ ਕਾਰਵਾਈ ਕੀਤੀ ਹੈ। ਤੇ ਅੱਜ ਜੇ ਕੋਈ ਕਰਪਸ਼ਨ ਕਰਨ ਦੀ ਸੋਚਦਾ ਵੀ ਹੈ ਤੇ ਉਹਨੂੰ ਕਾਂਬਾ ਛਿੜ ਜਾਂਦਾ। ਇਹ ਮੈਂ ਸਮਝਦਾ ਕਿ ਸਾਡੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਇਹਨਾਂ 3 ਮਹੀਨਿਆਂ ਦੇ ਵਿੱਚ। ਇਸੇ ਤਰੀਕੇ ਦੇ ਨਾਲ ਸਰ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਏਜੰਡਾ ਹੈਲਥ ਔਰ ਐਜੂਕੇਸ਼ਨ ਸਿਸਟਮ। ਹੈਲਥ ਦੇ ਵਿੱਚ ਸਰਕਾਰ ਨੇ ਪ੍ਰੋਮਿਸ ਕੀਤਾ ਸੀਗਾ ਕਿ ਅਸੀਂ 16,000 ਮੁਹੱਲਾ ਕਲੀਨਿਕ ਨੇ ਜਿਹੜੇ ਪਿੰਡਾਂ ਦੇ ਵਾਰਡਾਂ ਦੇ ਵਿੱਚ ਸ਼ੁਰੂ ਕਰਾਂਗੇ। ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਫਸਟ ਫੇਜ਼ ਦੇ ਵਿੱਚ 75 ਦੇ ਉੱਪਰ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ, ਜਗ੍ਹਾ ਦੀ ਆਇਡੈਂਟੀਫਿਕੇਸ਼ਨ ਹੋ ਚੁੱਕੀ ਤੇ ਉਹ ਪ੍ਰੋਸੈਸ ਜਲਦੀ ਹੀ ਪੂਰਾ ਹੋ ਜਾਵੇਗਾ। ਸਰ ਇਹਦੇ ਨਾਲ ਹੀ ਰੋਡ ਕੈਜੁਅਲਿਟੀ ਜਦੋਂ ਹੋ ਜਾਂਦੀਆਂ ਨੇ, ਨਾਰਮਲੀ ਦੇਖਿਆ ਕਿ ਕੈਜੁਅਲਿਟੀ ਹੋ ਗਈ, ਚੱਕਦੇ ਨਹੀਂ ਹੈਗੇ ਲੋਕ ਜਿਹਦਾ ਐਕਸੀਡੈਂਟ ਹੋਇਆ ਹੁੰਦਾ ਹੈ। ਦਿੱਲੀ ਸਰਕਾਰ ਨੇ ਇੱਕ ਫਰਿਸ਼ਤੇ ਸਕੀਮ ਸ਼ੁਰੂ ਕੀਤੀ ਸੀਗੀ ਤੇ ਉਹ ਵੀ ਸਾਡੀ ਸਰਕਾਰ ਕਮਿਟਡ ਹੈ ਕਿ ਉਹ ਸਕੀਮ ਵੀ ਇੱਥੇ ਉਸ ਤੋਂ ਹੀ ਬਲਕਿ ਇਨਫੈਕਟ ਬੈਟਰ ਸਕੀਮ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਲਾਗੂ ਕੀਤੀ ਜਾਵੇਗੀ। ਸਰ ਇਸੇ ਤਰੀਕੇ ਦੇ ਨਾਲ ਐਜੂਕੇਸ਼ਨ, ਮੈਂ ਸਮਝਦਾ ਕਿ ਸਭ ਤੋਂ ਵੱਡਾ ਸਰਮਾਇਆ ਜਿਹੜਾ ਉਹ ਐਜੂਕੇਸ਼ਨ ਹੁੰਦਾ ਹੈ। ਔਰ
ਸਰਕਾਰ ਕਮਿਟਡ ਹੈ ਇਸ ਗੱਲ ਦੇ ਵਿੱਚ, ਔਰ ਉਹਦੇ ਉੱਪਰ ਵੱਡੇ ਪੱਧਰ ਦੇ ਉੱਪਰ ਹੁਣੇ ਮੀਤ ਹੇਅਰ ਜੀ ਵੀ ਸਾਡੇ ਐਜੂਕੇਸ਼ਨ ਮਿਨਿਸਟਰ ਸਾਹਿਬ ਦੱਸ ਕੇ ਗਏ ਨੇ ਕਿ ਜਿਹੜੀਆਂ ਖਾਲੀ ਪੋਸਟਾਂ ਨੇ ਉਹਨਾਂ ਨੂੰ ਭਰਨ ਦਾ ਪ੍ਰੋਸੈਸ ਹੈ ਜਿਹੜਾ ਉਹ ਅੰਡਰਵੇ ਹੈ। ਰੈਗੂਲਰਾਈਜੇਸ਼ਨ ਜਿਹੜੀ ਟੀਚਰਸ ਦੀ ਹੈਗੀ ਉਹਨਾਂ ਦੇ ਉੱਪਰ ਵੀ ਕੰਮ ਚੱਲ ਰਿਹਾ ਹੈ। ਔਰ ਸਭ ਤੋਂ ਖਾਸ ਤੌਰ ਤੇ ਗੱਲ, ਜਿਹੜੇ ਟੀਚਰਸ ਐਕਸੈਲ ਕਰਦੇ ਨੇ, ਚੰਗੇ ਟੀਚਰਸ ਨੇ, ਉਹਨਾਂ ਨੂੰ ਅਬਰੋਡ ਤੋਂ ਟ੍ਰੇਨਿੰਗ ਦਿਵਾਉਣ ਦੇ ਲਈ ਸਰਕਾਰ ਪਾਬੰਦ ਹੈ, ਔਰ ਉਹਦੇ ਉੱਪਰ ਕੰਮ ਹੈ ਜਿਹੜਾ ਉਹ ਵੀ ਸਰਕਾਰ ਵੱਲੋਂ ਚੱਲ ਰਿਹਾ। ਔਰ ਇੱਕ ਟਰਾਂਸਫਰ ਪਾਲਿਸੀ ਹੈ ਜਿਹੜੀ ਉਹ ਆਨਲਾਈਨ ਟਰਾਂਸਪੇਰੈਂਟ ਆਨਲਾਈਨ ਪਾਲਿਸੀ ਹੈ ਜਿਹੜੀ ਉਹ ਚੱਲ ਰਹੀ ਹੈ, ਔਰ 100% ਜਿਹੜੀਆਂ ਟਰਾਂਸਫਰਸ ਨੇ ਉਹਦੇ ਮੁਤਾਬਕ ਹੋਣੀਆਂ ਨੇ। ਔਰ ਖਾਸ ਤੌਰ ਤੇ ਜਿਹੜੇ ਟੀਚਰਸ ਨੇ ਉਹਨਾਂ ਦੇ ਫੈਮਿਲੀ ਮੈਂਬਰਸ ਦੇ ਲਈ ਮੈਡੀਕਲ ਕੈਸ਼ਲੈਸ ਮੈਡੀਕਲ ਫੈਸਿਲਿਟੀਜ਼ ਨੇ ਜਿਹੜੀਆਂ ਉਹਦੀ ਪ੍ਰੋਵੀਜ਼ਨ ਸਰਕਾਰ ਨੇ ਕਮਿਟ ਕੀਤੀ ਹੈ, ਤੇ ਉਹ ਵੀ ਪ੍ਰੋਸੈਸ ਹੈ ਜਿਹੜਾ ਉਹ ਅੰਡਰਵੇ ਹੈ। ਸਰ ਇਸੇ ਤਰੀਕੇ ਦੇ ਨਾਲ ਸਾਡੀ ਸਰਕਾਰ ਨੇ ਇਲੈਕਸ਼ਨਸ ਤੋਂ ਪਹਿਲਾਂ ਪਾਰਟੀ ਨੇ ਵਾਅਦਾ ਕੀਤਾ ਸੀਗਾ, ਖੁਦ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਇੱਥੇ ਆਏ ਸੀ, ਉਹਨਾਂ ਨੇ ਵਾਅਦਾ ਕੀਤਾ ਸੀ, ਮਾਨ ਸਾਹਿਬ ਨੇ ਗਰੰਟੀ ਦਿੱਤੀ ਸੀ ਕਿ 300 ਯੂਨਿਟ ਬਿਜਲੀ ਹੈ ਜਿਹੜੀ ਪਰ ਮੰਥ ਉਹ ਹਰ ਘਰ ਨੂੰ ਦਿੱਤੀ ਜਾਏਗੀ, ਜਿਹਦੇ ਤਹਿਤ 80% ਹਾਊਸ ਹੋਲਡਸ ਨੇ ਜਿਹੜੇ ਉਹਨਾਂ ਨੂੰ ਬੈਨੀਫਿਟ ਹੋਏਗਾ। ਤੇ ਸਰਕਾਰ ਆਲਰੇਡੀ ਮਾਨ ਸਾਹਿਬ ਅਨਾਉਂਸ ਕਰ ਚੁੱਕੇ ਨੇ ਕਿ ਉਹ 1 ਜੁਲਾਈ ਤੋਂ ਹਰ ਘਰ ਨੂੰ ਦਿੱਤੀ ਜਾਏਗੀ, ਜਿਹਦੇ ਨਾਲ 80% ਘਰਾਂ ਨੂੰ ਫਾਇਦਾ ਜਿਹੜਾ ਉਹ ਹੋਏਗਾ। ਸਰ ਜਿਹੜੇ ਲੋਕਾਂ ਦੇ ਪਿਛਲੀਆਂ ਸਰਕਾਰਾਂ ਦੀਆਂ ਮਾੜੀ ਔਰ ਗਲਤ ਪਾਲਿਸੀਜ਼ ਦੀ ਵਜ੍ਹਾ ਕਰਕੇ ਵੱਡੇ ਵੱਡੇ ਬਿੱਲ ਬਕਾਇਆ ਪਏ ਸੀਗੇ, ਉਹਨਾਂ ਦੇ ਜਿਹੜੇ ਡਿਸਕਨੈਕਸ਼ਨਸ ਹੋ ਚੁੱਕੇ ਸੀਗੇ ਉਹਨਾਂ ਨੂੰ ਰਿਜ਼ਿਊਮ ਆਲਰੇਡੀ ਕੀਤਾ ਜਾ ਚੁੱਕਿਆ ਹੈ। ਸਰ ਇਸੇ ਤਰੀਕੇ ਦੇ ਨਾਲ ਸਰਕਾਰ ਸਾਡੀ ਪਾਰਟੀ ਨੇ ਵਾਅਦਾ ਕੀਤਾ ਸੀਗਾ, ਔਰ ਸਰਕਾਰ ਨੇ ਕਮਿਟਮੈਂਟ ਕੀਤੀ ਹੈ ਇਸ ਗਵਰਨਰਸ ਐਡਰੈਸ ਦੇ ਵਿੱਚ ਕਿ ਆਉਣ ਵਾਲੇ 2-3 ਸਾਲਾਂ ਦੇ ਵਿੱਚ 100% 24 ਆਵਰ ਸਪਲਾਈ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਹੋ ਜਾਏਗਾ। ਉਹਦੇ ਲਈ ਥੋੜਾ ਇਨਫਰਾਸਟ੍ਰਕਚਰ ਅਪਗ੍ਰੇਡੇਸ਼ਨ ਦੀ ਜ਼ਰੂਰਤ ਹੈ। ਸਰਕਾਰ ਉਹਦੇ ਉੱਪਰ ਵੱਡੇ ਪੱਧਰ ਦੇ ਉੱਪਰ ਕੰਮ ਹੈ ਜਿਹੜਾ ਉਹ ਕਰ ਰਹੀ ਹੈ। ਸਰ ਐਗਰੀਕਲਚਰ ਖੇਤੀਬਾੜੀ ਕਿਸਾਨ ਰੀੜ੍ਹ ਦੀ ਹੱਡੀ ਹੈ ਪੰਜਾਬ ਦੀ ਇਕਨੋਮੀ ਦੀ, ਔਰ ਮੈਂ ਸਮਝਦਾ ਕਿ ਹੁਣ ਤੱਕ ਕਿਸਾਨਾਂ ਤੋਂ ਗੁੰਮਰਾਹ ਕਰਕੇ ਵੋਟਾਂ ਤਾਂ ਲਈਆਂ ਜਾਂਦੀਆਂ ਰਹੀਆਂ, ਪਰ ਕਿਸਾਨੀ ਨੂੰ ਲਾਹੇਵੰਦ ਧੰਦਾ ਕਿਵੇਂ ਬਣਾਉਣਾ ਹੈ, ਉਸ ਨੂੰ ਫਸਲੀ ਚੱਕਰ ਦੇ ਵਿੱਚੋਂ ਕਿਵੇਂ ਕੱਢਣਾ ਹੈ, ਇਹਦੇ ਬਾਰੇ ਔਰ ਪਾਣੀ ਨੂੰ ਕਿਵੇਂ ਬਚਾਉਣਾ, ਇਹਦੇ ਬਾਰੇ ਭਗਵੰਤ ਮਾਨ ਜੀ ਦੀ ਸਰਕਾਰ ਨੇ ਪਹਿਲੀ ਵਾਰੀ ਕਮਾਲ ਦੇ ਇਨੀਸ਼ੀਏਟਿਵ ਲਿੱਤੇ ਨੇ, ਬਹੁਤ ਵੱਡੇ ਬੋਲਡ ਸਟੈਪਸ ਲਏ ਨੇ, ਜਿਹਦੇ ਤਹਿਤ DSR ਯਾਨੀ ਕਿ ਸਿੱਧੀ ਬਿਜਾਈ ਨੂੰ ਡਾਇਰੈਕਟ ਸੀਡਿੰਗ ਆਫ ਰਾਈਸ ਦੇ ਵਿੱਚ 1500 ਰੁਪਏ ਪ੍ਰਤੀ ਏਕੜ ਦੇਣ ਦਾ ਇਨਸੈਂਟਿਵ ਦੇਣ ਦਾ ਵਾਅਦਾ ਜਿਹੜਾ ਉਹ ਕੀਤਾ ਔਰ ਦਿੱਤਾ ਜਾ ਰਿਹਾ ਹੈ। ਇਸੇ ਤਰੀਕੇ ਦੇ ਨਾਲ ਡਾਇਵਰਸੀਫਿਕੇਸ਼ਨ MSP ਮੂੰਗੀ ਤੇ ਸਰ ਮੂੰਗੀ ਤੇ ਪਹਿਲੀ ਵਾਰੀ ਦਿੱਤੀ ਜਾ ਰਹੀ ਹੈ, ਤਾਂ ਕਿ ਕਿਸਾਨ ਫਸਲੀ ਚੱਕਰ ਦੇ ਵਿੱਚੋਂ ਨਿਕਲ ਕੇ ਮੂੰਗੀ ਔਰ ਬਾਕੀ ਫਸਲਾਂ ਦੇ ਵੱਲ ਵਧੇ। ਇਸੇ ਤਰੀਕੇ ਦੇ ਨਾਲ ਸਰ ਗੁਲਾਬੀ ਸੁੰਡੀ ਦੇ ਕਾਰਨ ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਸੀਗਾ, 101 ਕਰੋੜ ਦਾ ਕੰਪਨਸੇਸ਼ਨ ਹੈ ਜਿਹੜਾ ਉਹ ਸਰਕਾਰ ਨੇ ਅਨਾਉਂਸ ਕੀਤਾ ਔਰ ਦਿੱਤਾ ਗਿਆ ਹੈ। ਸਰ ਇਸੇ ਤਰੀਕੇ ਦੇ ਨਾਲ ਮੈਡੀਕਲ ਐਜੂਕੇਸ਼ਨ ਮੈਂ ਸਮਝਦਾ ਕਿ ਹੈਲਥ ਔਰ ਐਜੂਕੇਸ਼ਨ ਦੇ ਸੈਕਟਰਸ ਦੇ ਵਿੱਚ ਮੈਡੀਕਲ ਐਜੂਕੇਸ਼ਨ ਮੇਜਰ ਰੋਲ ਅਦਾ ਕਰਦਾ ਹੈ, ਔਰ ਇਹਦੇ ਤਹਿਤ ਮਸਤੋਆਣਾ ਸਾਹਿਬ ਵਿਖੇ ਭਗਵੰਤ ਮਾਨ ਜੀ ਨੇ ਖੁਦ ਆਪ ਮੈਡੀਕਲ ਕਾਲਜ ਦੀ ਸ਼ੁਰੂਆਤ ਕਰਨ ਦੀ ਅਨਾਉਂਸਮੈਂਟ ਹੈ ਜਿਹੜੀ ਉਹ ਕੀਤੀ, ਔਰ ਇਹਦੇ ਲਈ ਪ੍ਰੋਸੈਸ ਹੈ ਉਹ ਇਨੀਸ਼ੀਏਟ ਹੋ ਚੁੱਕਿਆ ਹੈ। ਸਰਕਾਰ ਦੇ ਨੇ ਇਹਦੇ ਉੱਪਰ ਕੰਮ ਹੈ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ। ਸਰ ਇਸੇ ਤਰੀਕੇ ਦੇ ਨਾਲ ਐਮਪਲੋਇਮੈਂਟ ਜੌਬ ਕ੍ਰੀਏਸ਼ਨ ਨੇ ਜਿਹੜੀਆਂ ਉਹ ਪਹਿਲੀ ਵਾਰ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਸਭ ਤੋਂ ਪਹਿਲਾ ਕੰਮ ਹੈ ਜਿਹੜਾ ਉਹਨਾਂ ਦੀ ਸਰਕਾਰ ਦੇ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਹੋਏਗਾ। ਤੇ ਮੈਨੂੰ ਇਹ ਦੱਸਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਪਹਿਲੀ ਹੀ ਕੈਬਨਿਟ ਮੀਟਿੰਗ ਦੇ ਵਿੱਚ ਜਿਹੜਾ ਇਸ ਗਵਰਨਰਸ ਐਡਰੈਸ ਦੇ ਵਿੱਚ ਵਾਅਦਾ ਕੀਤਾ ਗਿਆ ਸੀਗਾ 25,000 ਤੋਂ ਵੀ ਵੱਧ ਨੌਕਰੀਆਂ ਦੀ ਨੋਟੀਫਿਕੇਸ਼ਨ ਹੈ ਜਿਹੜੀ ਉਹ ਹੋ ਚੁੱਕੀ ਹੈ, ਔਰ ਕੰਮ ਉਹਦੇ ਉੱਪਰ ਜੰਗੀ ਪੱਧਰ ਦੇ ਉੱਪਰ ਚੱਲ ਰਿਹਾ ਹੈ। ਸਰ ਇੰਡਸਟਰੀ ਜਾਂ ਬਿਜ਼ਨਸ ਕਮਿਊਨਿਟੀ ਮੈਂ ਸਮਝਦਾ ਕਿ ਕਿਸੇ ਵੀ ਇਕਨੋਮੀ ਦੀ ਰੀੜ੍ਹ ਦੀ ਹੱਡੀ ਹੁੰਦੇ ਨੇ, ਔਰ ਇਸ ਗਵਰਨਰ ਐਡਰੈਸ ਦੇ ਵਿੱਚ ਸਾਡੀ ਸਰਕਾਰ ਨੇ ਇਹ ਫੈਸਲਾ ਕੀਤਾ ਹੈ, ਕਮਿਟ ਕੀਤਾ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨਵਾਂ ਟੈਕਸ ਹੈ ਜਿਹੜਾ ਉਹ ਨਹੀਂ ਲਾਇਆ ਜਾਏਗਾ। ਸਪੈਸ਼ਲ ਕਮਿਸ਼ਨ ਹੈ ਜਿਹੜਾ ਉਹ ਬਿਜ਼ਨਸ ਕਮਿਊਨਿਟੀ ਦੇ ਲਈ ਉਹ ਬਣਾਇਆ ਜਾਏਗਾ, ਔਰ ਜਿਹਦੇ ਵਿੱਚ ਬਿਜ਼ਨਸ ਕਮਿਊਨਿਟੀ ਦੇ ਲੋਕ ਹੀ ਮੈਂਬਰ ਹੋਣਗੇ, ਤਾਂ ਕਿ ਉਹੀ ਆਪਣੇ ਇਸ਼ੂਜ਼ ਨੇ ਜਿਹੜੇ ਪ੍ਰੋਬਲਮਸ ਨੇ ਉਹ ਦੱਸ ਸਕਣ ਤੇ ਉਹੀ ਹੱਲ ਹੈ ਜਿਹੜਾ ਉਹ ਸਰਕਾਰ ਨੂੰ ਸੁਝਾਅ ਦੇ ਸਕਣ ਤੇ ਉਹਨਾਂ ਦੇ ਮੁਤਾਬਕ ਹੀ ਪਾਲਿਸੀਜ਼ ਨੇ ਜਿਹੜੀਆਂ
ਉਹ ਬਣ ਗਿਆ, ਔਰ ਇੰਡਸਟਰੀਅਲ ਇਨਫਰਾਸਟ੍ਰਕਚਰ ਦੀ ਅਪਗ੍ਰੇਡੇਸ਼ਨ ਦੀ ਗੱਲ ਵੀ ਸਰਕਾਰ ਵੱਡੇ ਪੱਧਰ ਦੇ ਉੱਪਰ ਇਹਦੇ ਵਿੱਚ ਕਮਿਟ ਕੀਤਾ ਤੇ ਉਹਦੇ ਉੱਪਰ ਕੰਮ ਹੈ ਜਿਹੜਾ ਉਹ ਚੱਲ ਰਿਹਾ ਹੈ। ਸਰ ਇਸੇ ਤਰੀਕੇ ਦੇ ਨਾਲ ਜਿਹੜੀਆਂ ਬੇਸਿਕ ਸਰਵਿਸਿਜ਼ ਡਿਲੀਵਰੀ ਨੇ, ਆਮ ਲੋਕ ਜਿਹੜੇ ਛੋਟੇ ਛੋਟੇ ਕੰਮਾਂ ਪਿੱਛੇ ਦਫ਼ਤਰਾਂ ਦੇ ਵਿੱਚ ਖੱਜਲ ਖੁਆਰ ਹੁੰਦੇ ਰਹਿੰਦੇ ਨੇ ਔਰ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੁੰਦੇ ਨੇ, ਸਰ ਉਸ ਰੈੱਡ ਟੇਪਿਜ਼ਮ ਨੂੰ, ਲਾਲ ਫੀਤਾਸ਼ਾਹੀ ਨੂੰ ਖਤਮ ਕਰਨ ਦੇ ਲਈ ਸਰਕਾਰ ਵੱਲੋਂ ਬਹੁਤ, ਆਪਾਂ ਵੀ 5 ਸਾਲ ਜਦੋਂ ਇੱਧਰ ਸੀਗੇ ਆਪਾਂ ਵੀ ਇਸ਼ੂ ਰੇਜ਼ ਕਰਦੇ ਰਹੇ ਕਿ ਆਟਾ ਦਾਲ ਦੇ ਬਾਕੀ ਸਰਵਿਸਿਜ਼ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਦੇ ਉੱਪਰ ਖੱਜਲ ਖੁਆਰੀ ਹੁੰਦੀ ਹੈ। ਆਟਾ ਦਾਲ ਦੇ ਵਿੱਚ ਵੀ ਬਹੁਤ ਤਰੀਕੇ ਦੀਆਂ ਤਰੁੱਟੀਆਂ ਨੇ, ਜਿਹਨੂੰ ਸਰਕਾਰ ਨੇ ਫੈਸਲਾ ਕੀਤਾ ਕਿ ਰਾਸ਼ਨ ਹੈ ਜਿਹੜਾ ਉਹ ਡੋਰ ਸਟੈਪ ਡਿਲੀਵਰੀ ਹੈ ਉਹਦੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਸ਼ੁਰੂ ਕੀਤੀ ਜਾਏਗੀ ਤੇ ਇਹਦਾ ਪ੍ਰੋਸੈਸ ਹੈ ਉਹ ਅੰਡਰਵੇ ਹੈ ਔਰ ਇਹ ਜਲਦੀ ਹੀ ਲੋਕਾਂ ਨੂੰ ਫੈਸਿਲਿਟੀ ਹੈ ਜਿਹੜੀ ਉਹਨਾਂ ਦੇ ਘਰ ਬੈਠਿਆਂ ਨੂੰ ਦਿੱਤੀ ਜਾਏਗੀ। ਸਰ ਸ਼ਹੀਦ ਜਿਹੜੇ ਫੌਜੀ ਨੇ ਉਹਨਾਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਦਿੱਲੀ ਦੀ ਤਰਜ਼ ਦੇ ਉੱਪਰ ਮਾਨ ਸਾਹਿਬ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਐਕਸ ਗ੍ਰੇਸ਼ੀਆ ਗ੍ਰਾਂਟ ਹੈ ਜਿਹੜੀ, ਜਿਨ੍ਹਾਂ ਨੂੰ ਪਾਉਣ ਦੇ ਲਈ ਪਿਛਲੀਆਂ ਸਰਕਾਰਾਂ ਦੇ ਵਿੱਚ ਉਹਨਾਂ ਪਰਿਵਾਰ ਜਿਹੜੇ ਕਿ ਆਲਰੇਡੀ ਆਪਣਾ ਜੀ ਗਵਾ ਚੁੱਕੇ ਸੀਗੇ ਉਹਨਾਂ ਨੂੰ ਧੱਕੇ ਖਾਣੇ ਪੈਂਦੇ ਸੀਗੇ, ਘਰ ਬੈਠਿਆਂ 1 ਕਰੋੜ ਰੁਪਏ ਦੀ ਐਕਸ ਗ੍ਰੇਸ਼ੀਆ ਗ੍ਰਾਂਟ ਹੈ ਜਿਹੜੀ ਉਹ ਭਗਵੰਤ ਮਾਨ ਜੀ ਦੀ ਸਰਕਾਰ ਵੱਲੋਂ ਦੇਣ ਦਾ ਫੈਸਲਾ ਜਿਹੜਾ ਉਹ ਕੀਤਾ ਗਿਆ। ਸਰ ਇਸੇ ਤਰੀਕੇ ਦੇ ਨਾਲ ਟਰਾਂਸਪੋਰਟ ਮਾਫੀਆ ਲੰਮੇ ਸਮੇਂ ਤੋਂ ਪੋਲੀਟੀਕਲ ਪੈਟਰਨੇਜ ਦੇ ਨਾਲ ਇਹ ਚੱਲਦਾ ਆਇਆ, ਇਹਦੇ 'ਚ ਵੱਡੇ ਪੱਧਰ ਦੇ ਉੱਪਰ ਸ਼ੁਰੂਆਤ ਹੈ ਜਿਹੜੀ ਉਹ ਹੋ ਚੁੱਕੀ ਹੈ ਔਰ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਤੋਂ ਤਕਰੀਬਨ ਹਫ਼ਤਾ ਪਹਿਲਾਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਿੱਲੀ ਤੋਂ ਆਏ, ਭਗਵੰਤ ਮਾਨ ਜੀ, ਇਹਨਾਂ ਨੇ ਜੋ ਟਰਾਂਸਪੋਰਟ ਵੱਡੇ ਘਰਾਣੇ ਦੀਆਂ ਗੱਡੀਆਂ ਔਰ ਤਕਰੀਬਨ 3500 4000 5000 ਦਿੱਲੀ 에ਅਰਪੋਰਟ ਤੱਕ ਲਿਆ ਜਾਂਦਾ ਸੀਗਾ, ਉਹਨੂੰ ਉਹਤੇ ਨੱਥ ਪਾਉਣ ਦੇ ਲਈ PRTC ਵੱਲੋਂ, ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਇਹਨਾਂ ਸ਼ਹਿਰਾਂ ਤੋਂ ਦਿੱਲੀ 에ਅਰਪੋਰਟ ਨੂੰ ਬੱਸ ਸਰਵਿਸ ਹੈ ਜਿਹੜੀ ਉਹ ਸ਼ੁਰੂ ਕੀਤੀ ਗਈ ਹੈ, ਜਿਹਦੇ ਵਿੱਚ ਕਿਰਾਇਆ 3500 4000 ਜਾਂ 5000 ਨਹੀਂ, ਮਹਿਜ਼ 1100 ਤੋਂ ਲੈ ਕੇ 1300 ਰੁਪਏ ਤੱਕ ਹੈ ਜਿਹੜਾ ਫਿਕਸ ਕੀਤਾ ਗਿਆ, ਜਿਹਦੇ ਨਾਲ ਵੱਡੀ ਰਾਹਤ ਹੈ ਜਿਹੜੀ ਉਹ ਮਿਲੇਗੀ ਪੰਜਾਬ ਦੇ ਲੋਕਾਂ ਨੂੰ। ਔਰ ਪਾਣੀ ਸਰ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਾਤਾ, ਪੰਜਾਬ 5 ਆਬਾਂ ਦੀ ਧਰਤੀ ਹੈ, ਪਰ ਬਦਕਿਸਮਤੀ ਦੇ ਨਾਲ ਹਰ ਸਾਲ ਪੰਜਾਬ ਦਾ ਪਾਣੀ ਤਕਰੀਬਨ 1.5 ਮੀਟਰ ਦੇ ਕਰੀਬ ਉਹ ਨੀਚੇ ਜਾ ਰਿਹਾ ਹੈ ਤੇ ਇਸ ਨੂੰ ਬਚਾਉਣ ਦੇ ਲਈ ਨਹੀਂ, ਰਿਪੋਰਟ ਮੁਤਾਬਕ, ਸੈਂਟਰਲ ਗਵਰਨਮੈਂਟ ਦੀ ਰਿਪੋਰਟ ਮੁਤਾਬਕ ਆਉਣ ਵਾਲੇ 15-20 ਸਾਲਾਂ ਦੇ ਵਿੱਚ ਪੰਜਾਬ ਰੇਗਿਸਤਾਨ ਬਣ ਜਾਏਗਾ ਤੇ ਉਹਨੂੰ, ਉਸ ਪਾਣੀ ਨੂੰ ਬਚਾਉਣ ਦੇ ਲਈ ਇਨਸੈਂਟਿਵ ਜਿਹੜਾ ਦਿੱਤਾ ਜਾ ਰਿਹਾ DSR ਦੇ ਲਈ 1500 ਰੁਪਏ ਪਰ ਏਕੜ ਉਹ ਸਰਕਾਰ ਵੱਲੋਂ ਇਨੀਸ਼ੀਏਟ ਕੀਤਾ ਗਿਆ ਹੈ। ਔਰ ਸਭ ਤੋਂ ਵੱਡੀ ਗੱਲ ਸਰ ਇਕੋਨਮੀ, ਕਿਉਂਕਿ ਇਕੋਨਮੀ ਕਿਸੇ ਵੀ ਚੀਜ਼ ਦੀ ਡਰਾਈਵਿੰਗ ਫੋਰਸ ਹੈ ਜਿਹੜੀ ਉਹ ਇਕੋਨਮੀ ਹੁੰਦੀ ਹੈ। ਔਰ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਪਹਿਲੀ ਵਾਰੀ ਪੰਜਾਬ ਦੇ ਵਿੱਚ 70 ਸਾਲਾਂ ਦੇ ਇਤਿਹਾਸ ਦੇ ਵਿੱਚ ਇਹ ਹੋ ਰਿਹਾ ਹੈ ਕਿ ਲੋਕਾਂ ਤੋਂ ਜਾ ਕੇ ਉਹਨਾਂ ਦੇ ਸੁਝਾਅ ਲੈ ਕੇ ਉਹਨਾਂ ਦੀਆਂ ਮੁਸ਼ਕਲਾਂ ਪੁੱਛ ਕੇ ਉਹਦੇ ਮੁਤਾਬਕ ਹੱਲ ਹੈ ਜਿਹੜਾ ਉਹ ਕੀਤਾ ਜਾਵੇ ਤੇ ਜਨਤਾ ਬਜਟ ਹੈ ਜਿਹੜਾ ਉਹ ਪਹਿਲੀ ਵਾਰੀ ਪੰਜਾਬ ਦੇ ਵਿੱਚ ਇਸ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਤ ਮੰਤਰੀ ਸਾਹਿਬ ਵੱਲੋਂ ਪੇਸ਼ ਕੀਤਾ ਜਾਏਗਾ। ਔਰ ਸਰ ਹਾਲਾਤ ਇੰਨੇ ਮਾੜੇ ਹੋ ਚੁੱਕੇ ਸੀਗੇ ਪਿਛਲੀਆਂ ਸਰਕਾਰਾਂ ਦੇ ਸਮੇਂ ਦੌਰਾਨ ਕਿ 3 ਲੱਖ ਕਰੋੜ ਦਾ ਕਰਜ਼ਾ ਪੰਜਾਬ ਸਰਕਾਰ ਸਿਰ ਹੈ, ਜਿਹੜੇ ਬੋਰਡਸ ਔਰ ਕਾਰਪੋਰੇਸ਼ਨ ਨੇ ਉਹਨਾਂ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਹੈਗਾ ਕਿੰਨਾ, ਕਿਉਂਕਿ ਉਹ ਬਜਟ ਦੇ ਵਿੱਚ ਆਉਂਦੇ ਨਹੀਂ ਹੈਗੇ। ਇਸੇ ਤਰੀਕੇ ਦੇ ਨਾਲ ਸਰ RBI ਦੀ ਜਿਹੜੀ ਸਟੇਟ ਫਾਈਨੈਂਸਿਸ ਦੀ ਰਿਪੋਰਟ ਹੈ, ਡੈਟ ਟੂ GSDP ਰੇਸ਼ੋ ਹੈ ਜਿਹੜੀ ਸਰ 42.5 ਹੁਣ ਤੱਕ ਹੋ ਚੁੱਕੀ ਹੈ ਪਿਛਲੀਆਂ ਸਰਕਾਰਾਂ ਦੀ ਵਜ੍ਹਾ ਕਰਕੇ, ਜਿਹਨੂੰ ਜਿਹੜਾ ਕਿ ਹਾਈਐਸਟ ਹੈ ਆਫਟਰ J&K, ਅਰੁਣਾਚਲ ਔਰ ਨਾਗਾਲੈਂਡ ਤੋਂ ਬਾਅਦ। ਸਰ ਮੈਂ ਕਈ ਇਸ਼ੂਜ਼ ਹੋਰ ਨੇ ਜਿਹਨੇ ਸਾਡੀ ਪਾਰਟੀ ਨੇ ਇਲੈਕਸ਼ਨ ਤੋਂ ਪਹਿਲਾਂ ਵਾਅਦੇ ਕੀਤਾ ਸੀਗਾ ਤੇ ਇਸ ਗਵਰਨਰਸ ਐਡਰੈਸ ਤੋਂ ਵੀ ਮੈਂ ਸਮਝਦਾ ਕਿ ਵੱਧ ਕੇ ਕੰਮ ਹੈ ਜਿਹੜਾ ਹੋ ਰਿਹਾ ਹੈ। ਪਿਛਲੇ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਬੜਾ ਗੁੱਸਾ ਸੀਗਾ ਕਿ ਜਿਹੜੇ ex-MLAs ਨੇ ਉਹਨਾਂ ਦੀਆਂ ਮਲਟੀਪਲ ਪੈਨਸ਼ਨਸ ਨੇ, ਇਹਦੇ ਵਾਸਤੇ ਵੀ ਸਰਕਾਰ ਨੇ ਫੈਸਲਾ ਲਿਆ, ਗਵਰਨਰ ਸਾਹਿਬ ਕੋਲ ਭੇਜਿਆ। ਚਲੋ ਗਵਰਨਰ ਸਾਹਿਬ ਨੇ ਕਿੰਨਾ ਕਾਰਨਾਂ ਕਰਕੇ ਬੈਸਟ ਨੋਨ ਟੂ ਹਿਮ ਉਹ ਵਾਪਸ ਕੀਤਾ, ਇਹਦੇ ਲਈ ਸਰਕਾਰ ਵਚਨਬੱਧ ਹੈ। ਸਰ ਲੈਂਡ ਮਾਫੀਆ ਲੰਬੇ ਸਮੇਂ ਤੋਂ ਜਿਹੜੇ ਇਲੀਗਲ ਇਨਕਰੋਚਮੈਂਟਸ ਹੁੰਦੀਆਂ ਰਹੀਆਂ ਪੋਲੀਟੀਕਲ ਪੈਟਰਨੇਜ ਦੇ ਨਾਲ, ਬਿਊਰੋਕ੍ਰੈਟਿਕ ਪੈਟਰਨੇਜ ਦੇ ਨਾਲ,
ਮੈਨੂੰ ਖੁਸ਼ੀ ਹੁੰਦੀ ਹੈ ਔਰ ਮੈਂ ਮੁਬਾਰਕਬਾਦ ਦਿੰਦਾ ਮਾਨ ਸਾਹਿਬ ਨੂੰ, ਕੁਲਦੀਪ ਸਿੰਘ ਢਾਲੀਵਾਲ ਨੂੰ, ਕਿ ਉਹਨਾਂ ਨੇ ਤਕਰੀਬਨ 1.5 ਮਹੀਨੇ ਦੇ ਵਕਫੇ ਦੇ ਵਿੱਚ ਹੀ 6000 ਤੋਂ ਵੀ ਵੱਧ ਏਕੜ ਨੇ ਜਿਹੜੇ ਉਹ ਇਲੀਗਲ ਐਨਕਰੋਚਮੈਂਟਸ ਤੋਂ ਉਹ ਛੁਡਾ ਲਏ ਨੇ। ਔਰ ਇਸੇ ਤਰੀਕੇ ਦੇ ਨਾਲ ਸਰ ਪੰਜਾਬੀ ਮਾਂ ਬੋਲੀ ਇਹਦੇ ਪਹਿਲੀ ਵਾਰੀ ਹੋ ਰਿਹਾ ਹੈ ਕਿ 50% ਰਿਜ਼ਰਵ 50% ਮਾਰਕਸ ਨੇ ਜਿਹੜੇ ਉਹ ਪੰਜਾਬੀ ਭਾਸ਼ਾ ਦੇ ਵਿੱਚ ਕੰਪਲਸਰੀ ਕੀਤੇ ਗਏ ਨੇ ਜੇ ਪੰਜਾਬ ਦੇ ਵਿੱਚ ਤੁਸੀਂ ਨੌਕਰੀ ਲੈਣੀ ਹੈ। ਸਰ ਇਹ ਇਨੀਸ਼ੀਏਟਿਵ ਨੇ ਜਿਹੜੇ ਸਾਡੀ ਸਰਕਾਰ ਨੇ ਲਏ ਨੇ, ਇਤਿਹਾਸਿਕ ਇਨੀਸ਼ੀਏਟਿਵ ਨੇ। 2.5-3 ਮਹੀਨਿਆਂ ਦੇ ਵਿੱਚ ਮੈਂ ਸਮਝਦਾ ਕਿ ਜੋ ਕਈਆਂ ਸਾਲਾਂ ਦੇ ਵਿੱਚ ਨਹੀਂ ਹੋਇਆ ਉਹ ਇਹਨਾਂ 2.5-3 ਮਹੀਨਿਆਂ ਦੇ ਵਿੱਚ ਹੋਇਆ। ਸਰ ਹੁਣ ਮੇਰੇ ਬਹੁਤ ਹੀ ਸਤਿਕਾਰਯੋਗ ਸਾਰੇ ਆਪੋਜੀਸ਼ਨ ਦੇ ਸਾਥੀ ਗੱਲ ਕਰ ਰਹੇ ਸੀਗੇ ਲਾਅ ਐਂਡ ਆਰਡਰ ਦੀ। ਸਰ ਇਹਦੇ 'ਚ ਕੋਈ ਸ਼ੱਕ ਨਹੀਂ, ਮੈਂ ਬਾਜਵਾ ਸਾਹਿਬ ਦੀ ਗੱਲ ਨਾਲ 100% ਸਹਿਮਤ ਹਾਂ ਕਿ ਜੇ ਜਾਨ ਹੈ ਤਾਂ ਜਹਾਨ ਹੈ। ਲਾਅ ਐਂਡ ਆਰਡਰ ਬਹੁਤ ਇੰਪੋਰਟੈਂਟ ਇਸ਼ੂ ਹੈ ਤੇ ਉਹਦੇ ਉੱਪਰ ਡਿਸਕਸ਼ਨ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ। ਪਰ ਸਰ ਮੈਂ ਇਹਦੇ 'ਚ ਮੈਂ ਕੋਈ ਇਹ ਨਹੀਂ ਕਹਿੰਦਾ ਹੈਗਾ ਕਿ ਤੁਹਾਡਾ ਜਿਹੜਾ ਸਵਾਲ ਹੈ ਜਾਂ ਤੁਹਾਡਾ ਕੰਸਰਨ ਹੈ ਉਹ ਗਲਤ ਹੈ, ਪਰ ਸਰ ਇਹਨੂੰ ਇੱਕ ਵਾਈਡਰ ਪਰਸਪੈਕਟਿਵ ਦੇ ਵਿੱਚ ਦੇਖਣ ਦੀ ਅੱਜ ਲਾਅ ਐਂਡ ਆਰਡਰ ਨੂੰ ਲੋੜ ਹੈ। ਪਿਛਲੇ ਦਿਨਾਂ ਦੇ ਵਿੱਚ ਮੈਂ ਜੋ ਦੁਨੀਆ ਦੇ ਵਿੱਚ ਜਿਨ੍ਹਾਂ ਦੀ ਬਹੁਤ ਪਪੂਲੈਰਿਟੀ, ਸਿੱਧੂ ਮੂਸੇਵਾਲਾ, ਉਹਨਾਂ ਦਾ ਬੜਾ ਦਰਦਨਾਕ ਕਤਲ ਹੋਇਆ। ਉਸ ਤੋਂ ਬਾਅਦ ਇੱਕ ਵੈਸੇ ਵੀ ਮਾਹੌਲ ਹੈ ਜਿਹੜਾ ਉਹ ਲਾਅ ਐਂਡ ਆਰਡਰ ਦੇ ਉੱਪਰ ਕਾਫੀ ਰੇਜ਼ ਕੀਤਾ ਗਿਆ। ਪਰ ਮੈਂ ਸਰ ਇਹ ਕਹਿਣਾ ਚਾਹੁੰਦਾ, ਇਹ ਪੁੱਛਣਾ ਚਾਹੁੰਦਾ ਅੱਜ ਤੁਹਾਡੇ ਜ਼ਰੀਏ ਆਪੋਜੀਸ਼ਨ ਨੂੰ, ਸਾਰਿਆਂ ਨੂੰ ਔਰ ਪੂਰੇ ਪੰਜਾਬ ਨੂੰ, ਕਿ ਕੀ ਸਰ ਇਹ ਜੋ ਅੱਜ ਲਾਅ ਐਂਡ ਆਰਡਰ ਦੀ ਮੇਰੇ ਸਤਿਕਾਰਯੋਗ ਵੀਰ ਗੱਲ ਕਰਦੇ ਨੇ, ਕੀ ਇਹ 3 ਮਹੀਨਿਆਂ ਦੇ ਭਗਵੰਤ ਮਾਨ ਜੀ ਦੀ ਸਰਕਾਰ ਦੀ ਦੇਣ ਹੈ? ਸਰ ਇਹ ਉਹ ਕੰਡੇ ਨੇ ਜਿਹੜੇ ਪਿਛਲੀਆਂ ਸਰਕਾਰਾਂ ਦੇ ਵਿਜੇ ਹੋਏ ਨੇ, ਅਸੀਂ ਤਾਂ ਸਿਰਫ ਔਰ ਸਿਰਫ ਉਹਨਾਂ ਨੂੰ ਚੁਗਣ ਲੱਗੇ ਹੋਏ ਹਾਂ। ਸਰ ਮੇਰੇ ਤੋਂ ਇੱਕ ਮਿੰਟ ਰਾਜਾ ਜੀ, ਐ ਨਾ ਕਰੋ, ਇੱਕ ਬੋਲ ਲੈਣ ਦੋ। ਮਾਨਯੋਗ ਮੈਂਬਰ ਸਾਹਿਬਾਨ ਨੂੰ ਸ਼ਾਂਤੀ ਬਣਾ ਕੇ ਰੱਖਣੀ ਸੀਰੀਅਸ ਡਿਬੇਟ ਹੈ। ਅਮਨ ਜੀ ਸਰ ਇਸ ਤਰ੍ਹਾਂ ਹੈ ਕਿ ਮੇਰੇ ਵੀਰ ਰਾਜਾ ਵੜਿੰਗ ਜੀ ਦੀ ਗੱਲ ਦੇ ਨਾਲ ਮੈਂ ਸਹਿਮਤ ਹਾਂ। ਮੈਂ ਇਹ ਬਿਲਕੁਲ ਨਹੀਂ, ਨਾ ਮੈਂ ਨਾ ਸਾਡੀ ਸਰਕਾਰ ਆਪਦੀ ਜ਼ਿੰਮੇਵਾਰੀ ਤੋਂ ਨਾ ਕਦੇ ਪਿੱਠ ਦਿਖਾ ਕੇ ਭੱਜੀ ਹੈ ਤੇ ਨਾ ਕਦੇ ਭੱਜੂਗੀ। ਪਰ ਸਰ ਮੈਂ ਇਹਦੇ ਜੈਨੇਸਿਸ ਦੇ ਵਿੱਚ ਮੈਂ ਇਹਦਾ ਗਰਭ ਕਿੱਥੇ, ਇਹ ਹਾਲਾਤ ਅੱਜ ਠੀਕ ਹੈ ਕਿ ਛੋਟੇ ਵੀਰ ਮੂਸੇਵਾਲੇ ਦਾ ਕਤਲ ਹੋਇਆ, ਇਹੋ ਜਿਹਾ ਕਿਸੇ ਮਾਂ ਪਿਓ ਦੇ ਬੱਚੇ ਨਾਲ ਨਾ ਹੋਵੇ। ਪਰ ਸਰ ਮੈਂ ਇਹਦੇ ਬੈਕਗਰਾਊਂਡ ਦੇ ਵਿੱਚ ਜਾਣਾ ਚਾਹੁੰਦਾ ਕਿ ਇਹ ਹਾਲਾਤ ਪੰਜਾਬ ਦੇ ਵਿੱਚ ਬਣੇ ਕਿਉਂ। ਸਰ ਅੱਜ ਤੋਂ 1.5 ਮਹੀਨੇ ਪਹਿਲਾਂ ਸਰ ਮੋਹਾਲੀ ਇੰਟੈਲੀਜੈਂਸ ਹੈੱਡਕੁਆਰਟਰਸ ਤੇ ਅਟੈਕ ਹੋਇਆ RPG ਦੇ ਨਾਲ। ਸਰ RPG ਰॉकेट ਲਾਂਚਰ ਕਿ ਸਿਰਫ ਰਸ਼ੀਆ ਦੀ ਆਰਮੀ ਕੋਲੇ ਹੈ। ਸਰ ਮੈਂ ਪੁੱਛਣਾ ਚਾਹੁੰਦਾ ਕਿ ਔਰ ਸਰ RPG ਰॉकेट ਲਾਂਚਰ ਔਰ AN-94 ਨਾ ਸਰ ਅੱਤਵਾਦ ਦੇ ਪੀਕ ਦੇ ਦਿਨਾਂ ਦੇ ਵਿੱਚ ਵੀ ਅੱਤਵਾਦੀਆਂ ਕੋਲ ਨਹੀਂ ਸੀਗੇ। ਸਰ ਇਹ ਅੱਜ ਇਹਨਾਂ ਗੈਂਗਸਟਰਸ ਕੋਲ ਕਿੱਥੇ ਆ ਗਏ? 3 ਮਹੀਨਿਆਂ ਦੇ ਵਿੱਚ ਡੈਫੀਨੇਟਲੀ ਇੱਕ ਸਾਈਡ ਓਏ ਸੁਣ ਤਾਂ ਲਓ ਯਾਰ। ਸਰ 3 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਉਹਦੀ ਮੈਨੂਫੈਕਚਰਿੰਗ ਸ਼ੁਰੂ ਨਹੀਂ ਨਾ ਹੋਈ। ਸਰ ਆਏ ਨੇ ਇੰਟਰਨੈਸ਼ਨਲ ਬਾਰਡਰਸ ਤੋਂ। ਸਰ ਉਹਦੀ ਜ਼ਿੰਮੇਵਾਰੀ ਕਿਹਦੀ ਹੈ? ਸੈਂਟਰਲ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ। ਔਰ ਅਗਲੀ ਗੱਲ ਹੁਣ ਜੀ 1 ਮਿੰਟ ਯਾਰ ਸੁਣ ਤਾਂ ਲਓ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਚੇਅਰ ਨੂੰ ਐਡਰੈਸ ਕੀਤਾ ਜਾਵੇ ਸਰ ਜਿਹੜੀ ਗੱਲ ਔਰ ਡਿਬੇਟ ਚੱਲਣ ਦਿੱਤਾ ਜਾਵੇ। ਜਿਹੜੇ ਮੈਂ ਚਲੋ ਵਾਟਐਵਰ ਤੁਸੀਂ ਸੁਣ ਤਾਂ ਲਓ 2 ਮਿੰਟ, ਸ਼ਾਂਤੀ ਰੱਖੋ, ਨਾ ਕਰੋ। ਸਰ ਬੇਨਤੀ ਇਹ ਨਹੀਂ ਹੈ ਸਰ, ਮੈਂ ਥੋੜਾ ਜਿਹਾ ਇਹ ਹੋਇਆ ਬਹੁਤ ਮੰਦਭਾਗਾ ਹੋਇਆ ਸਰ, ਮੈਂ ਇਹਦੇ ਬੈਕਗਰਾਊਂਡ ਤੇ ਜਾਣਾ ਚਾਹੂੰਗਾ। ਸਰ ਲਾਅ ਐਂਡ ਆਰਡਰ ਦੀ ਗੱਲ ਕੀਤੀ ਗਈ ਹੈ। ਸਰ ਮੈਂ ਦੱਸਣਾ ਚਾਹੁੰਦਾ ਕਿ ਹੁਣ ਇੱਕ ਵੀ ਕ੍ਰਾਈਮ ਹੁੰਦਾ ਤੇ ਉਹ ਗਲਤ ਹੈ, ਅਸੀਂ ਜ਼ਿੰਮੇਵਾਰੀ ਓੜਦੇ ਹਾਂ ਉਸਦੀ। ਪਰ ਸਰ ਇਹਨਾਂ 3 ਮਹੀਨਿਆਂ ਦੇ ਵਿੱਚ ਜੋ ਐਵਰੇਜ ਆਈ ਹੈ 2022 ਦੇ ਵਿੱਚ, ਉਹ ਪੰਜਾਬ ਦੇ ਵਿੱਚ 50 ਮਰਡਰਸ ਦੀ ਆਈ ਹੈ। 2021 ਦੇ ਵਿੱਚ 60 ਦੀ ਸੀਗੀ, 2022 ਦੇ ਵਿੱਚ ਉਹ 65 ਦੀ ਸੀਗੀ। ਇਹ ਸਰ ਮੈਂ ਨਹੀਂ ਬੋਲ ਰਿਹਾ ਹੈਗਾ, ਇਹ NCRB ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਫਿਗਰਸ ਨੇ, ਮੈਂ ਉਹ ਲੈ ਕੇ ਆਇਆ ਡਾਟਾ। ਜੇ ਇਹ ਗਲਤ ਹੋਣ ਤਾਂ ਚੈਲੰਜ ਕਰ ਸਕਦੇ। 2022 ਦੇ ਵਿੱਚ ਕਿੰਨੀ ਜੀ ਸਰ ਜੋ ਐਵਰੇਜ ਆਈ ਹੈ ਉਹ 158 ਦੀ ਹੈ 3 ਮਹੀਨਿਆਂ ਦੇ ਵਿੱਚ, 3.5 ਮਹੀਨਿਆਂ 'ਚ 50 ਦੀ ਆਈ ਹੈ। ਇਸ ਤੋਂ ਪਹਿਲਾਂ 60 ਔਰ 65 ਰਹੇ ਨੇ। ਸਰ NCRB ਦਾ ਰਿਕਾਰਡ ਬੋਲ ਰਿਹਾ ਹੈ। ਸਰ 2013 ਦੇ ਵਿੱਚ ਹੋਰ ਬੈਕਗਰਾਊਂਡ ਦੇ ਵਿੱਚ ਚਲੇ ਜਾਈਏ। ਸਰ ਟੋਟਲ ਮਰਡਰਸ 2013 ਦੇ ਵਿੱਚ ਪੰਜਾਬ ਦੇ ਵਿੱਚ 711 ਹੋਏ ਸੀਗੇ। ਜਿਹੜੇ ਸੈਂਟਰਲ ਵੱਡੇ ਵੀਰ ਵੀ ਦੇ ਆંકੜੇ ਕਹਿੰਦੇ ਠੀਕ ਹੈ, ਕਿ ਕ੍ਰਾਈਮ ਪਹਿਲੇ ਸੀਗਾ।
ਥੈਂਕ ਯੂ ਅਮਨ ਅਰੋੜਾ ਜੀ। ਸਰ ਇਸ ਤਰ੍ਹਾਂ ਹੈ, ਮੈਂ ਦੱਸ ਦਿੰਦਾ, ਅਰੋੜਾ ਜੀ। ਮੈਂ ਦੱਸ ਦਿੰਦਾ ਸਰ, ਇਹਦੇ ਫਰਕ ਇੰਨਾ ਕੁ ਹੈ ਕਿ ਜਿਹੜੇ ਵੱਡੇ ਵੀਰ ਰੰਧਾਵਾ ਸਾਹਿਬ ਗੱਲ ਕਰ ਰਹੇ ਸੀਗੇ ਕਿ ਇਹ ਵੀ ਹੋਮ ਮਿਨਿਸਟਰ ਵੀ ਰਹੇ ਨੇ ਔਰ ਡਿਪਟੀ ਸੀਐਮ ਵੀ ਰਹੇ ਨੇ। ਸਰ ਹੁਣ ਆ ਜੀ ਆਪਾਂ ਵੀ ਕ੍ਰਿਮੀਨਲਸ ਦੇ ਇੰਨੇ ਹੌਸਲੇ ਵਧੇ ਕਿਵੇਂ? ਸਰ ਮੈਂ ਕੁਝ ਕੁ ਅਨਰਿਜ਼ੋਲਵਡ ਕੇਸਿਸ ਨੇ ਜਿਹੜੇ 2015 ਤੋਂ 2021 ਦੇ ਵਿੱਚ ਮੈਂ ਔਨ ਦਾ ਫਲੋਰ ਆਫ ਦਾ ਹਾਊਸ ਮੈਂ ਰੱਖਣਾ ਚਾਹੂੰਗਾ। ਸਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਅਨਰਿਜ਼ੋਲਵਡ ਹੈ। ਆਰਐਸਐਸ ਲੀਡਰ ਜਗਦੀਸ਼ ਗਗਨੇਜਾ ਜੀ ਦਾ ਮਰਡਰ ਹੋਇਆ, ਅਨਰਿਜ਼ੋਲਵਡ ਹੈ। ਜਿਹੜਾ ਸਰ ਇਹ ਤੁਹਾਨੂੰ ਪੁੱਛ ਰਹੇ ਸੀਗੇ, ਸਰ ਇਹ ਜਿਹੜਾ 1 ਮਿੰਟ ਤੁਹਾਨੂੰ ਸਵਾਲ ਕੀਤਾ ਸੀਗਾ ਕਿ ਇਹ ਸਬ ਜੁਡਿਸ ਕਿਵੇਂ ਹੈ, ਸਵਾਲ ਜਵਾਬ ਤੁਹਾਨੂੰ ਮੈਂ ਦੇ ਰਿਹਾ। ਅਨਰਿਜ਼ੋਲਵਡ ਨੇ ਤੇ ਸਬ ਜੁਡਿਸ ਨੇ। ਸੁਣੋ ਹੁਣ, ਬਰਗਾੜੀ ਕੇਸ, ਜਗਦੀਸ਼ ਗਗਨੇਜਾ ਜੀ ਦਾ ਮਰਡਰ। ਸਰ ਨਾਮਧਾਰੀ ਸੈਕਟ ਦੇ ਮਾਤਾ ਚੰਦ ਕੌਰ ਜੀ ਸੀਗੇ, 2016 ਦੇ ਵਿੱਚ ਮਰਡਰ ਹੋਇਆ, ਅਨਰਿਜ਼ੋਲਵਡ ਤੇ ਸਬ ਜੁਡਿਸ ਹੈ। ਸਰ ਇਸੇ ਤਰੀਕੇ ਦੇ ਨਾਲ ਮੌੜ ਬੰਬ ਬਲਾਸਟ ਹੋਇਆ 31/17 ਨੂੰ, 7 ਬੰਦੇ ਮਰੇ, ਹਜੇ ਤੱਕ ਅਨਰਿਜ਼ੋਲਵਡ ਹੈ ਤੇ ਸਬ ਜੁਡਿਸ ਹੈ। ਇਸੇ ਤਰੀਕੇ ਦੇ ਨਾਲ ਨਾਭਾ ਜੇਲ੍ਹ ਬ੍ਰੇਕ ਹੋਇਆ, ਹਜੇ ਤੱਕ ਸਬ ਜੁਡਿਸ ਹੈ, ਅਨਟ੍ਰੇਸਡ ਹੈ। ਇਸੇ ਤਰੀਕੇ ਨਾਲ ਡਰੱਗਸ ਕੇਸਿਸ ਨੇ, ਉਹ ਤਾਂ ਚਲੋ ਆਪਾਂ ਸਾਰਿਆਂ ਨੂੰ ਪਤਾ ਨੇ। ਵਿੱਕੀ ਮਿੱਡੂ ਖੇੜਾ, ਇੱਕ ਮਿੰਟ ਵਿੱਕੀ ਮਿੱਡੂ ਖੇੜਾ ਦਾ ਮਰਡਰ ਹੋਇਆ 7 ਅਗਸਤ 2021 ਨੂੰ, ਹਜੇ ਤੱਕ ਅਨਰਿਜ਼ੋਲਵਡ ਹੈ ਤੇ ਸਬ ਜੁਡਿਸ ਹੈ। ਇਸ ਤੋਂ ਇਲਾਵਾ ਸਰ ਬੁਲੰਦ ਹੌਸਲੇ ਗੈਂਗਸਟਰਾਂ ਦੇ ਉਹ ਸੀਗੇ, ਅੱਜ ਤਾਂ ਉਹਨਾਂ ਨੂੰ ਸਰਕਾਰ ਦਾ, ਪੰਜਾਬ ਸਰਕਾਰ ਦਾ ਜੋ ਮਨਸ਼ੇ ਨੇ ਉਹ ਦੇਖ ਕੇ ਭੱਜਣਾ ਪੈਂਦੀਆਂ ਨੇ ਗੈਂਗਸਟਰਸ ਨੂੰ। 2015 ਦੇ ਵਿੱਚ ਸੁੱਖਾ ਅਕਾਲੀ ਦਲ ਦੀ ਸਰਕਾਰ ਵੇਲੇ ਸੁੱਖਾ ਕਾਲਵਾ ਦਾ ਕਤਲ ਹੋਇਆ। ਹਾਂਜੀ, ਕੋਈ ਵੀ ਮਾਣਯੋਗ ਮੈਂਬਰ ਜਦੋਂ ਹਾਊਸ ਚ ਆਉਂਦਾ ਤਾਂ ਉਹਨਾਂ ਨੇ ਸਿੱਧੇ ਜਾਣਾ ਹੈ ਚੇਅਰ ਵੱਲ ਨੂੰ। ਉਹਨਾਂ ਦੀ ਪਿੱਠ ਕਿਸੇ ਹਿਸਾਬ ਨਾਲ ਨਹੀਂ ਹੋਣੀ ਚਾਹੀਦੀ। ਆਪਾਂ ਟ੍ਰੇਨਿੰਗ ਕਰਨੀ ਸੀ, ਉਹਦੀ ਟ੍ਰੇਨਿੰਗ ਦੱਸਣਾ ਸੀ ਇਹਨਾਂ ਚੀਜ਼ਾਂ, ਸੋ ਟ੍ਰੇਨਿੰਗ ਨਹੀਂ ਹੋ ਸਕੀ। ਸੋ ਕੋਈ ਗੱਲ ਨਹੀਂ, ਤੁਹਾਨੂੰ ਨਹੀਂ ਪਤਾ ਸੀ, ਸੋ ਇਹ ਦੱਸਣਾ ਵੀ ਸਾਡਾ ਫਰਜ਼ ਹੈ ਜੀ। ਸਰ ਗੱਲ ਇਹ ਹੈ ਕਿ ਹੌਸਲੇ ਇੰਨੇ ਬੁਲੰਦ ਕਿਵੇਂ ਹੋਏ, ਮੈਂ ਉਸ ਇਸ਼ੂ ਤੇ ਆ ਰਿਹਾ ਸੀ। ਖਹਿਰਾ ਸਾਹਿਬ ਸਪੀਕਰ ਸਾਹਿਬ, ਅਮਨ ਅਰੋੜਾ ਜੀ ਸਾਡੇ ਸਤਿਕਾਰਯੋਗ ਵੀਰ ਨੇ, ਪਰ ਮੈਨੂੰ ਪਤਾ ਨਹੀਂ ਕਿ ਉਹਨਾਂ ਬੈਂਚਾਂ ਵਿੱਚ ਕਿਹੜੀ ਚੁੰਬਕ ਤੇ ਚਮਕ ਆ। ਇੱਧਰ ਬੈਠੇ ਉਦੋਂ ਕੋਈ ਸਬ ਜੁਡਿਸ ਨਹੀਂ ਸੀਗਾ। ਮੌਡ ਬਲਾਸਟ ਆਪਾਂ ਬੋਲਦੇ ਸੀ, ਇੱਥੇ ਤੁਸੀਂ ਨਾਲ ਹੀ ਬੋਲਦੇ ਸੀਗੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਬੋਲਦੇ ਸੀ, ਉਦੋਂ ਕੋਈ ਸਬ ਜੁਡਿਸ ਨਹੀਂ ਸੀਗਾ। ਉਧਰ ਜਾ ਕੇ ਸਬ ਜੁਡਿਸ ਹੋ ਗਿਆ। ਉਹ ਜਿਹੜੀਆਂ ਫਿਗਰਾਂ ਕਾਂਗਰਸ ਦੇ ਲੀਡਰਸ ਪਹਿਲਾਂ ਉਧਰ ਬਹਿ ਕੇ ਪੜ੍ਹਦੇ ਸੀ, ਐਨਸੀਆਰ ਵੀ ਕੋਟ ਕਰਦੇ ਸੀਗੇ, ਫਿਗਰਸ, ਦਿਸ ਇਜ਼ ਜਸਟ ਫਜਿੰਗ ਆਫ ਫਿਗਰਸ, ਦਿਸ ਇਜ਼ ਜਸਟ ਜਗਲਰੀ ਆਫ ਵਰਡਸ। ਸਾਨੂੰ ਕੋਈ ਇਤਰਾਜ਼ ਨਹੀਂਗਾ, ਪਰ ਇਹ ਹੁਣ ਪੂਰੀ ਪਿਓਰ ਸਰਕਾਰੀ ਬੋਲੀ ਆ। ਤੁਹਾਡੀ ਗੱਲ ਆ ਗਈ ਹੈ, ਤੁਸੀਂ 3 ਮਹੀਨਿਆਂ 'ਚ ਭੁੱਲ ਗਏ ਯਾਰ। ਤੁਹਾਡੀ ਨਾ ਮੈਂ ਛੋਟੇ ਵੀਰ ਇਦਾਂ ਨਾ ਚਾਹੀਦਾ, ਸਿਰਫ ਚੇਅਰ ਨੂੰ ਐਡਰੈਸ ਕੀਤਾ ਜਾਵੇ। ਸਾਰਾ ਕੁਝ ਉਹ ਜੋ ਅਫਸਰ ਲੀਡ ਕਰ ਰਹੀ ਹੈ। ਖਹਿਰਾ ਸਾਹਿਬ ਤੁਹਾਡੀ ਗੱਲ ਆ ਗਈ। ਅਮਨ ਜੀ ਸਰ ਇਸ ਤਰ੍ਹਾਂ, ਅਮਨ ਜੀ ਸਰ ਸ਼੍ਰੀ ਇੱਕ ਮਿੰਟ ਜੀ, ਅਮਨ ਜੀ ਕੰਟੀਨਿਊ। ਸਰ ਮੈਂ ਬੋਲ ਰਿਹਾ ਸਰ ਇਸ ਤਰ੍ਹਾਂ ਹੈ ਕਿ ਨਾ ਤਾਂ ਅਸੀਂ ਕੋਈ ਗੱਲ ਭੁੱਲੇ ਆ ਤੇ ਕੱਲਾ ਮਸਲਾ ਜਿਹੜਾ ਸੋਲਵ ਕਰਾਂਗੇ 5 ਸਾਲਾਂ ਦੇ ਵਿੱਚ। ਸੁਣ ਤਾਂ ਲਓ, 5 ਸਾਲ ਮੈਂ ਉਹ ਕੇਸ ਦੱਸੇ ਨੇ ਜਿਹੜੇ ਕਿ ਅਨਰਿਜ਼ੋਲਵਡ ਤੇ ਸਬਜੈਕਟ, ਜਿਹੜਾ ਤੁਸੀਂ ਸਪੀਕਰ ਸਾਹਿਬ ਨੂੰ ਸਵਾਲ ਕੀਤਾ ਸੀਗਾ। ਸਰ ਇਹਦੇ ਚ 1 ਮਿੰਟ ਜੀ ਬੜੇ ਭਾਈ ਐ ਨਾ ਕਰਿਆ ਕਰ, ਬੋਲ ਤਾਂ ਲੈਣ ਦੇ ਯਾਰ, ਐ ਕਰਦਾ ਸੁਣ ਤਾਂ। ਸਰ ਦੂਜੀ ਗੱਲ ਇਹ ਹੈ, ਇਹਦੇ ਚ ਅਸੀਂ ਕੋਈ ਗੱਲ ਨਹੀਂ ਭੁੱਲੇ ਹੈਗੇ, ਪਰ ਸਵਾਲ ਇਹ ਹੈ ਇਹ 'ਚ ਖਹਿਰਾ ਸਾਹਿਬ ਦਾ, ਅਸੀਂ ਜਦੋਂ ਉੱਧਰ ਸੀਗੇ ਉਦੋਂ ਵੀ ਆਹ ਗੱਲਾਂ ਸੀਗੀਆਂ, ਜਦੋਂ ਕਾਂਗਰਸ ਵਾਲੇ ਇੱਧਰ ਸੀਗੇ ਉਦੋਂ ਇਹਨਾਂ ਦੀਆਂ ਗੱਲਾਂ ਇਹ ਸੀਗੀਆਂ। ਸਰ ਖਹਿਰਾ ਸਾਹਿਬ ਦਾ ਦਰਦ ਅਸਲ 'ਚ ਇਹ ਹੈ ਕਿ ਇਹ ਵਿਚਾਰੇ ਉੱਧਰ ਦੇ ਉੱਧਰ ਹੀ ਰਹਿ ਗਏ। ਆਪਾਂ ਇਹ ਬੜੀ ਸੀਰੀਅਸ ਡਿਸਕਸ਼ਨ ਹੈ ਅਮਨ ਜੀ। ਸਰ ਤੁਸੀਂ ਮੈਂ ਕਨਕਲੂਡ ਕਰਨ ਲੱਗਾ, ਤੁਸੀਂ ਚੱਲਣ ਦਿਓ ਡਿਸਕਸ਼ਨ। ਤੁਹਾਡਾ ਨਾਮ ਤਾਂ ਮੈਂ ਵੀ ਲੈਣਾ। ਸਰ ਮੈਂ ਕਨਕਲੂਡ ਕਰਨ ਲੱਗਿਆ ਜੀ, ਆਪਾਂ ਡਿਸਕਸ਼ਨ ਚੱਲਣ ਦਿਓ ਜੀ। ਸਰ ਮੈਂ ਭਾਜੀ ਮੈਂ ਭਾਜੀ ਕਨਕਲੂਡ ਕਰਨ ਲੱਗਿਆ ਜੀ। ਮੈਂ ਚਲੋ ਚੱਲਣ ਦਿਓ ਜੀ ਗੱਲ, ਮੈਂ ਕਹਿ ਗੱਲ ਚੱਲਣ ਦਿਓ, ਤੁਹਾਨੂੰ ਟਾਈਮ ਮਿਲੂਗਾ, you will get ample time. Sir, no point of order, you will get it. Sir, you will get your time. ਸਰ ਚੇਡਾ ਤਾਂ ਮੈਂ ਕੀਤੇ ਨੇ ਸਰ। ਅਮਨ ਜੀ ਇਹਨਾਂ ਨੂੰ ਬੋਲਣ ਸਰ ਮੈਂ ਖਹਿਰਾ ਸਾਹਿਬ ਖਹਿਰਾ ਸਾਹਿਬ ਕੇ ਹੈ, ਸੁਖਪਾਲ ਸਿੰਘ ਖਹਿਰਾ, ਸਰ ਮੈਂ ਬੜਾ ਭਾਈ ਕੇ ਹੈ ਸੁਖਪਾਲ ਸਿੰਘ ਖਹਿਰਾ। ਦੇਖੋ ਗੱਲ ਇਹ ਆ, ਨਾਮ ਲਿਆ ਇਹਨਾਂ ਨੇ, ਨਾਮ ਲਿਆ ਵਾ। ਯੈਸ ਹਾਂ ਬੋਲੋ। ਦੇਖੋ ਸਪੀਕਰ ਸਾਹਿਬ,
ਸਪੀਕਰ ਸਾਹਿਬ, ਮੈਂ ਅਮਨ ਛੋਟੇ ਵੀਰ ਇੱਧਰ ਗੱਲ ਸੁਣ। ਮੈਂ ਪਿਛਲੇ 25-30 ਸਾਲ ਦਾ ਪੰਜਾਬ ਲਈ ਨਿਰੰਤਰ ਲੜ ਰਿਹਾ ਸਪੀਕਰ ਸਾਹਿਬ। ਮਜ਼ਾਕ ਕਰਨਾ ਗੱਲ ਇੱਕ ਹੋਰ ਹੁੰਦੀ ਆ। ਯੁਆਪਾ ਵਰਗੇ ਕਾਲੇ ਕਾਨੂੰਨ ਤੁਸੀਂ ਵੀ ਇੱਥੇ ਹੀ ਸੀਗੇ, ਇੱਥੇ ਪਿਛਲੀ ਸਰਕਾਰ ਨੇ ਔਰ ਉਸ ਤੋਂ ਪਿਛਲੀ ਸਰਕਾਰ ਨੇ ਇਨਡਿਸਕ੍ਰਿਮੀਨੇਟਲੀ ਯੂਜ਼ ਕੀਤੇ ਆ। ਬਹੁਤ ਨੌਜਵਾਨਾਂ ਨੂੰ ਯੁਆਪਾ ਦੇ ਤਹਿਤ ਜਿਹੜੇ ਆਪਣਾ ਵਕੀਲ ਵੀ ਖੜਾ ਨਹੀਂ ਕਰ ਸਕਦੇ ਸੀ ਸਪੀਕਰ ਸਾਹਿਬ, ਅਸੀਂ ਉਹਨਾਂ ਦੀ ਲੜਾਈ ਲੜੀ। ਮੈਂ ਪੰਜਾਬ ਦੇ ਜਿਹੜਾ ਖੇਤੀ ਅੰਦੋਲਨ ਹੋਇਆ ਦਿੱਲੀ ਵਿੱਚ, ਨਵਰੀਤ ਡਿਬਡਿਬਾ ਮਾਰਿਆ ਗਿਆ ਸੀ ਰੁਦਰਪੁਰ ਦਾ, ਮੇਰਾ ਕੋਈ ਲੈਣਾ ਦੇਣਾ ਸੀ ਉੱਥੇ, ਮੈਂ ਇਲੈਕਸ਼ਨ ਨਹੀਂ ਲੜਨੀ ਜਾ ਕੇ। ਠੀਕ ਹੈ, ਇੱਕ ਮਿੰਟ ਦੇਖੋ, ਗੱਲ ਹੈ ਕਿਸੇ ਦੀ ਗੱਲ ਕਹਿਣ ਤੋਂ ਪਹਿਲਾਂ ਅੰਦਰ ਝਾਤ ਮਾਰੋ। ਓਏ ਇਹਨਾਂ ਦੇ ਇਹ ਕਾਂਗਰਸ ਰਹੇ ਨੇ। ਇੱਕ ਬੋਲੋ ਜੀ, ਇੱਕ ਮਿੰਟ ਬੋਲਣ ਦੋ। ਅਮਨ ਅਰੋੜਾ ਜੀ ਪਲੀਜ਼ ਬੈਠੋ, ਬੋਲਣ ਦੋ, ਬੈਠੋ। ਯੈਸ ਠੀਕ ਹੈ, ਮੈਨੂੰ ਮਾਣ ਹੈ ਤੁਹਾਡੇ ਤੇ, ਮੈਨੂੰ ਤੁਹਾਡੇ ਤੇ ਮਾਣ ਹੈ। ਲੈਂਗੁਏਜ ਪਾਰਲੀਮੈਂਟਰੀ ਲੈਂਗੁਏਜ ਵਰਤੀ ਜਾਵੇ, ਥੁੱਕਦਾ ਵਰਡ ਰਿਕਾਰਡ ਸ਼ਾਮਲ ਨਾ ਕੀਤਾ ਜਾਵੇ। ਮਾਨਯੋਗ ਮੈਂਬਰ ਸਾਹਿਬਾਨ ਨੂੰ ਹਾਊਸ ਦੀ ਮਰਿਆਦਾ ਬਣਾ ਕੇ ਰੱਖਣ ਦੀ ਬੇਨਤੀ ਕਰਦਾ ਹੈ। ਇਹ ਪੰਜਾਬ ਦੇ ਲੋਕਾਂ ਨੇ ਆਪਾਂ ਨੂੰ ਬਹੁਤ ਵੱਡੀ ਜਗ੍ਹਾ ਤੇ ਆਪਦੀਆਂ ਪ੍ਰੋਬਲਮ ਡਿਸਕਸ ਕਰਨ ਵਾਸਤੇ ਭੇਜਿਆ। ਲੈਵਲ ਤੋਂ ਥੱਲੇ ਦੇ ਸ਼ਬਦ ਆਪਾਂ ਕਿਰਪਾ ਕਰਕੇ ਨਾ ਵਰਤੀਏ। ਅਮਨ ਅਰੋੜਾ ਜੀ। ਸਰ ਇਸ ਤਰ੍ਹਾਂ ਹੈ ਕਿ ਵੈਸੇ ਮੈਂ ਇਹਨਾਂ ਗੱਲਾਂ ਦੇ ਵਿੱਚ ਪੈਂਦਾ ਨਹੀਂ ਹੈਗਾ। ਤੁਸੀਂ ਡਿਸਕਸ਼ਨ ਤੇ ਆਓ। ਮੈਂ ਸਰ ਜਵਾਬ ਦੇ ਲਾਂਗੇ, ਛੱਡ ਦਈਏ? ਨਹੀਂ ਡਿਸਕਸ਼ਨ ਛੱਡ ਦਈਏ, ਛੱਡਤਾ ਜੀ, ਛੱਡਤਾ। ਕੋਈ ਕਿਸੇ ਦਿਨ ਤੁਹਾਡੇ ਕੰਨ 'ਚ ਜਵਾਬ ਦੇ ਜੂੰਗਾ, ਕੋਈ ਗੱਲ ਨਹੀਂ, ਪਰ ਜਵਾਬ ਜ਼ਰੂਰ ਦਊਂਗਾ। ਸਰ ਗੱਲ ਇਹ ਨਹੀਂ ਹੈ, ਮੈਂ ਇਸ ਕਰਕੇ ਮੈਂ ਕਹਿੰਦਾ ਜੀ, ਮੈਂ ਆਮਣੇ ਸਾਹਮਣੇ ਲਿਖਤੀ ਤਾਂ ਕੀ ਹੈ, ਤਾਂ ਕਾਗਜ਼ ਬਣ ਕੇ ਛੱਡ ਦੇਣੇ, ਮੈਂ ਕੰਨ 'ਚ ਦੱਸ ਕੇ ਜਾਊਂਗਾ। ਅਮਨ ਅਰੋੜਾ ਜੀ, ਸਰ ਸਵਾਲ ਇਹ ਹੈ, ਨੂੰ ਐਡਰੈਸ ਕਰੋ। ਸਰ ਇਸ ਤਰ੍ਹਾਂ ਹੈ ਕਿ ਆਪਾਂ ਗੱਲ ਕਰ ਰਹੇ ਸੀ ਲਾਅ ਐਂਡ ਆਰਡਰ ਦੀ, ਮੈਂ ਉਹਦੇ ਜੈਨੇਸਿਸ ਦੇ ਵਿੱਚ, ਉਹਦੇ ਗਰਭ ਦੇ ਵਿੱਚ ਕਿੱਥੋਂ ਪ੍ਰੋਬਲਮ ਹੈ ਉਹ ਡਿਸਕਸ ਕਰ ਰਿਹਾ ਜੀ। ਜੇ ਮੈਂ ਗਲਤ ਹਾਂ, ਜੇ ਮੈਂ ਫੈਕਚੁਅਲੀ ਰੋਂਗ ਆ, ਤਾਂ ਤੁਸੀਂ ਵੀ ਮੈਨੂੰ ਟੋਕੋ, ਤੇ ਮੈਂ ਸਾਰੇ ਮੇਰੇ ਮਾਨਯੋਗ ਸਾਥੀਆਂ ਨੂੰ ਬੇਨਤੀ ਕਰੂੰਗਾ ਆਪੋਜੀਸ਼ਨ ਕਿ ਤੁਸੀਂ ਮੈਨੂੰ ਰੋਕੋ, ਮੈਨੂੰ ਟੋਕੋ। ਪਰ ਜੇ ਮੈਂ ਫੈਕਚੁਅਲੀ ਗਲਤ ਨਹੀਂ ਹੈ ਤਾਂ ਪਲੀਜ਼ ਲੈਟ ਮੀ ਕੰਪਲੀਟ। ਹੁਣ ਸਰ ਗੱਲ ਆਉਂਦੀ ਹੈ ਕਿ ਇਹਨਾਂ ਗੈਂਗਸਟਰਸ ਦੇ ਹੌਸਲੇ ਨੇ ਬੁਲੰਦ ਕਿਵੇਂ ਹੋਏ? ਸਰ ਇਹ ਉਦੋਂ ਹੋਏ ਜਦੋਂ ਤਰਨਤਾਰਨ ਦੇ ਵਿੱਚ ਜਦੋਂ ਇੱਕ ਲੜਕੀ ਦੇ ਇੱਜ਼ਤ ਨੂੰ ਹੱਥ ਪਾਇਆ ਗਿਆ, ਉਹਦੇ ਇੱਕ ਸਿਪਾਹੀ, ਇੱਕ ਪੁਲਿਸ ਅਧਿਕਾਰੀ ਫਾਦਰ ਨੂੰ ਗੋਲੀਆਂ ਮਾਰੀਆਂ ਗਈਆਂ, ਉਹਦੀ ਛਾਤੀ ਦੇ ਉੱਪਰ ਪੈਰ ਰੱਖ ਕੇ ਨਾਅਰੇ ਵੀ ਲਾਏ ਗਏ ਤੇ ਵੀਡੀਓ ਵੀ ਬਣਾਈ ਗਈ। ਸਰ ਇਹ ਉਦੋਂ ਹੋਈਆਂ ਜਦੋਂ ਇਹਨਾਂ ਦੀਆਂ ਸਰਕਾਰਾਂ ਵੇਲੇ ਸੁੱਖਾ ਇਹਨਾਂ ਦੀ ਤੁਹਾਡੇ ਭਗਵੰਡੀ ਨੇ ਜੀ, ਸੁੱਖਾ ਕਾਲਵਾ ਪੁਲਿਸ ਕਸਟਡੀ ਦੇ ਵਿੱਚ ਮਾਰੇ ਗਏ। ਔਰ ਸਰ ਇੱਕ ਚੀਜ਼, ਇੱਕ ਮਿੰਟ ਰਾਜਾ ਜੀ, ਸਰ ਇੱਕ ਮੈਂ ਯਾਰ ਤੁਸੀਂ ਨਾ ਇੰਟਰਪਟ ਨਾ ਕਰੋ, ਕਾਈਂਡਲੀ ਇੰਟਰਪਟ ਨਾ ਕਰੋ, ਉਹਨਾਂ ਨੂੰ ਗੱਲ ਕੰਪਲੀਟ ਕਰ ਦਿਓ। ਤੁਹਾਨੂੰ ਵੱਧ ਟਾਈਮ ਮਿਲੇਗਾ ਤੁਹਾਡੇ ਹਿੱਸੇ ਦਾ, ਕਿਰਪਾ ਕਰਕੇ। ਯੂ ਵਿਲ ਗੈਟ ਯੋਰ ਟਾਈਮ, ਤੁਹਾਨੂੰ ਸਭ ਨੂੰ ਟਾਈਮ ਮਿਲੇਗਾ। ਕੋਈ ਨਹੀਂ ਬੋਲ ਲੈਂਦੇ ਯਾਰ, ਕਿੰਨਾ ਬੋਲੂ? ਨਹੀਂ, ਉਹ ਮੈਨੂੰ ਐਡਰੈਸ ਕਰੋ ਜੀ, ਸਾਰੇ ਚੇਅਰ ਨੂੰ ਐਡਰੈਸ ਕਰੋ ਜੀ। ਸਰ ਚੇਅਰ ਨੂੰ ਐਡਰੈਸ ਕਰੋ। ਸਰ ਮੈਂ ਕਨਕਲੂਡ ਕਰੂੰਗਾ ਹੁਣ, ਮੈਂ ਕਨਕਲੂਡ ਕਰ। ਇੱਕ ਮਿੰਟ ਯਾਰ, ਇੱਕ ਮਿੰਟ। ਸਰ ਇਹ ਹੌਸਲੇ ਇਹਨਾਂ ਕ੍ਰਿਮੀਨਲਸ ਦੇ ਉਦੋਂ ਬੁਲੰਦ ਹੁੰਦੇ ਨੇ ਜਦੋਂ ਸਰ 2000 ਅੱਜ ਦੀ ਡੇਟ ਦੇ ਵਿੱਚ ਅਨਰਿਜ਼ੋਲਵਡ ਕੇਸ, ਜਿਹੜੇ ਤੁਸੀਂ ਅਨਰਿਜ਼ੋਲਵਡ ਸਬਜੈਕਟਸ ਦੀ ਗੱਲ ਕਰ ਰਹੇ ਸੀਗੇ, ਸਰ ਹਾਈਐਸਟ ਨੇ ਪੰਜਾਬ ਦੇ ਵਿੱਚ 44.7 ਇਹਨਾਂ ਦੀਆਂ ਸਰਕਾਰਾਂ ਵੇਲੇ ਦੇ। ਸਰ ਹੋਰ ਇੱਕ ਐਗਜ਼ਾਮਪਲ ਰੰਧਾਵਾ ਸਾਹਿਬ ਤੁਹਾਡੇ ਮਤਲਬ ਦੀ ਹੈ। ਸਰ ਮੇਰੇ ਵੱਡੇ ਵੀਰ ਰੰਧਾਵਾ ਸਾਹਿਬ, ਤੁਸੀਂ ਮੈਨੂੰ ਐਡਰੈਸ ਕਰੋ ਜੀ। ਹਾਂ, ਤੁਹਾਨੂੰ ਨਹੀਂ ਕਰ ਰਿਹਾ ਜੀ, ਮਤਲਬ ਦੀ ਉਹਨਾਂ ਦੀ ਹੈ। ਸਰ ਰੌਲਾ ਪਿਆ ਕਿ ਇੰਨੇ ਉਹ ਕ੍ਰਾਈਮਸ ਹੋ ਰਹੇ ਨੇ। ਸਰ ਅਨਰਿਜ਼ੋਲਵਡ ਪਤਾ ਕੇਸਿਸ ਕਿਵੇਂ ਰਹੇ ਨੇ ਜੀ, ਅਨਟ੍ਰੇਸਡ ਕਿਵੇਂ ਰਹੇ ਨੇ? ਸਰ ਪੋਲੀਟੀਕਲ ਪੈਟਰੋਨੇਜ ਰਹੀ ਹੈ ਅੱਜ ਤੱਕ, ਅੱਜ ਤੋਂ ਬਾਅਦ ਨਹੀਂ ਹੋਣੀ ਹੈਗੀ। ਮੈਂ ਐਗਜ਼ਾਮਪਲ ਦੇ ਦੇਣਾ ਤੁਹਾਨੂੰ। ਸਰ ਰੰਧਾਵਾ ਸਾਹਿਬ ਮੇਰੇ ਵੱਡੇ ਭਰਾ ਨੇ, ਸਟੇਟਮੈਂਟ ਹੈ ਸਰ ਉਹਨਾਂ ਦੀ 21 ਅਕਤੂਬਰ 2021 ਦੀ, ਜਿਹਦੇ ਵਿੱਚ ਇਹਨਾਂ ਨੇ PAP ਪੰਜਾਬ ਆਰਮਡ ਪੁਲਿਸ ਦੇ ਫੰਕਸ਼ਨ ਦੇ ਵਿੱਚ ਕਿਹਾ ਕਿ ਮੌੜ ਬੰਬ ਬਲਾਸਟ ਦੀ ਇਨਵੈਸਟੀਗੇਸ਼ਨ ਨੂੰ, ਪ੍ਰੋਬ ਨੂੰ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੰਸਟਾਲ ਕੀਤਾ ਸੀਗਾ। ਇਹਨਾਂ ਦੀ ਔਨ ਰਿਕਾਰਡ ਸਟੇਟਮੈਂਟ ਹੈ ਸਰ ਮੈਂ ਪੁੱਛਣਾ ਚਾਹੁੰਦਾ, ਜਦੋਂ ਸਿਆਸੀ ਲੋਕ ਆਹ ਕੁਛ ਕਰਨਗੇ, ਸਰ 7 ਬੰਦੇ ਬਣੇ ਸੀ ਮੌੜ ਦੇ ਵਿੱਚ, ਜਦੋਂ ਸਿਆਸੀ ਲੋਕਾਂ ਵੱਲੋਂ ਆਹ ਕੁਛ ਹੋਊਗਾ, ਚਾਹੇ ਉਹ ਇੱਧਰ ਨੇ ਚਾਹੇ ਉੱਧਰ ਨੇ, ਤੇ ਸਰ ਗੈਂਗਸਟਰ ਕਿਉਂ ਨਾ ਪੈਦਾ ਹੋਣਗੇ ਜੀ? ਕਿਉਂ ਨਾ ਪੈਦਾ ਹੋਣਗੇ? ਸਰ ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ, ਡਿਸਕਸ਼ਨਾਂ ਰੱਖੋ ਜਿੰਨੀਆਂ ਮਰਜ਼ੀ, ਲਾਅ ਐਂਡ ਆਰਡਰ ਤੇ ਰੱਖੋ, ਕਿਸੇ ਗੱਲ ਦੀ ਪਰਵਾਹ ਨਹੀਂ ਹੈਗੀ, ਕੱਲੀ ਗੱਲ ਦਾ ਜਵਾਬ ਦੇਵਾਂਗੇ। ਪਰ
ਪਰ ਸਿਰਫ ਔਰ ਸਿਰਫ ਆ 2-3 ਮਹੀਨਿਆਂ ਦੇ ਵਿੱਚ ਤੁਸੀਂ ਆਪਣੀਆਂ ਸਾਰੀਆਂ ਕਾਰਗੁਜ਼ਾਰੀਆਂ, ਆਪਣੀਆਂ ਸਾਰੀਆਂ ਜਿਹੜੀਆਂ ਤੁਹਾਡੀਆਂ ਮਾਲ ਇੰਟੈਂਸ਼ਨਸ ਤੇ ਮਾਲ ਫੰਕਸ਼ਨਸ ਨੇ, ਉਹ ਤੁਸੀਂ ਸਾਡੇ ਗਲ ਪਾ ਕੇ ਤੁਸੀਂ ਕਹੋਗੇ ਤੁਸੀਂ ਪਾਕ ਸਾਫ ਨਿਕਲ ਜਾਓਗੇ। ਐ ਨਹੀਂ ਅਸੀਂ ਨਿਕਲਣ ਦੇਣਾ ਹੈਗਾ, ਇਹ ਮੈਂ ਵਾਅਦਾ ਕਰਦਾ, ਐ ਨਹੀਂ ਅਸੀਂ ਨਿਕਲਣ ਦੇਣਾ ਹੈਗਾ। ਸੋ ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਸਰ ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਪ੍ਰੋਡਕਟਿਵ, ਪੋਜ਼ਿਟਿਵ, ਕੰਸਟਰਕਟਿਵ ਜਿੰਨੀ ਮਰਜ਼ੀ ਗੱਲ ਕਰੋ। ਜਿੰਨੇ ਮੈਂ ਫਿਰ ਦੁਬਾਰਾ ਤੁਹਾਨੂੰ ਔਨ ਰਿਕਾਰਡ ਕਹਿ ਰਿਹਾ, ਜਿੰਨੇ ਇਸ਼ੂਜ਼ ਮੈਂ ਕਹੇ ਨੇ, ਤੁਸੀਂ ਫੈਕਚੁਅਲੀ ਯੂ ਪ੍ਰੂਵ ਅਸ ਰੋਂਗ, then we are liable। ਸਰ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਪਿਛਲੇ 3 ਮਹੀਨਿਆਂ ਦੇ ਵਿੱਚ, ਨੋ ਡਾਊਟ ਮੈਂ ਨਹੀਂ ਕਹਿੰਦਾ ਹੈਗਾ ਕਿ ਜੀ ਅਸੀਂ 3 ਮਹੀਨਿਆਂ ਦੇ ਵਿੱਚ ਅਸੀਂ ਸਾਰਾ ਕੁਝ ਕਰਤਾ। ਸਰ 3 ਮਹੀਨਿਆਂ ਦੇ ਵਿੱਚ ਤਾਂ ਕਿਸੇ ਨੇ ਮੋਟਰ ਵਾਲਾ ਕੋਠਾ ਪਾਉਣਾ ਹੋਵੇ ਨਾ, ਉਹ ਨਹੀਂ ਪੈਂਦਾ ਹੈਗਾ। 3 ਮਹੀਨੇ ਦੇ ਤੱਕ ਨਵੀਂ ਵਿਆਹੀ ਕੁੜੀ ਨੂੰ ਨਾ ਐ ਨਹੀਂ ਪਤਾ ਲੱਗਦਾ ਹੈਗਾ ਘਰ ਦੇ ਵਿੱਚ ਭਾਂਡਾ ਟਿੰਡਾ ਕਿਹੜੇ ਪਾਸੇ ਰੱਖਣਾ ਤੇ ਕਿਹੜੇ ਪਾਸੇ ਧਰਨਾ ਹੈ। ਤੇ 3 ਮਹੀਨੇ ਦੇ ਪਰ ਇੱਕ ਮਾਣ ਹੈ ਸਰ, ਛਿੱਕ ਠੋਕ ਕੇ ਕਹਿਣਾ ਕਿ ਜੋ 3 ਮਹੀਨਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਔਰ ਭਗਵੰਤ ਮਾਨ ਦੀ ਸਰਕਾਰ ਨੇ ਕਰਤਾ, ਉਹ 17 ਸਾਲਾਂ ਤੋਂ ਲੋਕ ਉਡੀਕ ਰਹੇ ਸੀਗੇ, 17 ਸਾਲਾਂ ਤੋਂ। ਸੋ ਇਸ ਕਰਕੇ ਤੁਹਾਡਾ ਮੈਨੂੰ ਗਵਰਨਰਸ ਐਡਰੈਸ ਤੇ ਬੋਲਣ ਦੇ ਲਈ ਸਮਾਂ ਦੇਣ ਦੇ ਉੱਪਰ ਬਹੁਤ ਬਹੁਤ ਧੰਨਵਾਦ। ਤੇ ਮੈਂ ਗਵਰਨਰਸ ਐਡਰੈਸ ਦੇ ਨੂੰ ਔਰ ਪੰਜਾਬ ਸਰਕਾਰ ਦੇ ਕੰਮਾਂ ਦੀ 1000% ਦੀ ਮੈਂ ਪ੍ਰੋੜਤਾ ਕਰਦਾ। ਬਹੁਤ ਬਹੁਤ ਧੰਨਵਾਦ ਜੀ। पंजाब ते पंजाबियत नाल जुड़िया हर मुद्दा, हर खबर निरपक्ष तरीके नाल तुहाडे तक पहुंचण दी कोशिश विच तुसीं भी देवो साडा साथ। तां हुणे लाइक करो साडा फेसबुक पेज, सबसक्राइब करो यूट्यूब ते अते फॉलो करो इंस्टा अते ट्विटर ते निरपक्ष पोस्ट। खबर दी निरपक्ष आवाज़ विजिट करो www.nirpakhpost.com।